ਲਾਈਫ ਕੋਚ ਐਗਜ਼ੈਕਟਲੀ ਲੋਕਾਂ ਦੀ ਜ਼ਿੰਦਗੀ ਟਰਾਂਸਫਾਰਮ ਕਿਵੇਂ ਕਰਦਾ ਹੈ? ਸਾਡਾ ਜਿਹੜਾ ਬ੍ਰੇਨ ਹੈਗਾ ਇਹਦੇ ਵਿੱਚ ਸਰਕਿਟਸ ਬਣਦੇ ਨੇ। ਥੈਰੇਪੀ ਦੇ ਵਿੱਚ ਅਸੀਂ ਉਹ ਜਿਹੜੇ ਸਰਕਿਟਸ ਨੇ ਉਹਨਾਂ ਨੂੰ ਹੀਲ ਕਰਦੇ ਆ, ਸਪੇਸ ਦਿੰਦੇ ਆ। ਤਾਂ ਅੱਜ ਪਤਾ ਲੱਗ ਰਿਹਾ ਸਾਡੇ ਦਿਮਾਗ 'ਚ ਸਰਕਟ ਚੱਲ ਰਿਹਾ। ਜਦੋਂ ਤੁਸੀਂ ਕੋਈ ਚੀਜ਼ ਡਿਸਾਈਡ ਕਰਦੇ ਹੋ ਤੇ ਯੂਨੀਵਰਸ ਤੁਹਾਨੂੰ ਸਪੋਰਟ ਕਰਦਾ ਹੈ। ਐਬਸੋਲੂਟਲੀ। ਡਸ ਦਿਸ ਸੋਲ ਕੋਚਿੰਗ ਮੀਨਸ ਔਰ ਇਹ ਲੋਕਾਂ ਦੀ ਲਾਈਫ ਨੂੰ ਬੈਟਰ ਕਰਨ ਵਾਸਤੇ ਹਾਊ ਡਸ ਇਟ ਹੈਲਪ ਐਕਚੁਅਲੀ? ਮੈਨੂੰ ਇਹ ਮਿਲ ਜਾਏ, ਮੈਨੂੰ ਇਹ ਚਾਹੀਦਾ, ਮੇਰਾ ਇਹ ਡ੍ਰੀਮ ਹੈ, ਮੈਨੂੰ ਇਹ ਸਕਸੈਸ ਮਿਲ ਜਾਏ। ਮੈਂ ਸੋਲ ਤੋਂ ਹਰ ਚੀਜ਼ ਨੂੰ ਐਨਾਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਆ। ਨਾਓ ਦ ਸੋਲ ਇਜ਼ ਪਰਫੈਕਟ, ਹੋਲ ਐਂਡ ਕੰਪਲੀਟ। ਅਗਰ ਬੰਦਾ ਉਸ ਸੋਲ ਨਾਲ ਕਨੈਕਟ ਹੋ ਜਾਣੀ, ਯੂ نو ਇੰਟਰਨਲੀ ਉੱਥੋਂ ਸੋਚਣ ਲੱਗ ਪਏ, ਮੈਨੂੰ ਲੱਗਦਾ ਫਿਰ ਉਸ ਤੋਂ ਬਾਅਦ ਤੋਂ as you said rightly that is the purest form, I guess. Purest form, you're connected to the divine. You connected to your inner self. You know the divine is here. ਵਾਹਿਗੁਰੂ ਦੀ ਮਰਜ਼ੀ ਦੇ ਬਿਨਾ ਪੱਤਾ ਨਹੀਂ ਹਿਲਦਾ। ਤੁਸੀਂ ਵਾਹਿਗੁਰੂ ਦੀ ਮਰਜ਼ੀ ਦੇ ਵਿੱਚ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਤੁਸੀਂ ਬੜੇ ਖੁਸ਼ ਰਹਿੰਦੇ ਹੋ। ਉਹ ਮੈਨੂੰ ਲੱਗਦਾ ਇਵੈਪੋਰੇਟ ਹੋ ਜਾਣਗੇ if the people understand this philosophy actually. Anxiety is a feeling ਜਦੋਂ ਸਾਨੂੰ ਲੱਗਦਾ ਹੈ ਕਿ ਚੀਜ਼ਾਂ ਸਾਡੇ ਹਿਸਾਬ ਦੇ ਨਾਲ ਨਹੀਂ ਹੋ ਰਹੀਆਂ। Yes. How difficult it is for an individual to cope up with these negative notions? ਜਿਹੜੀ ਵਾਇਰਿੰਗ ਸਾਡੇ ਬ੍ਰੇਨ ਦੇ ਵਿੱਚ ਹੁੰਦੀ ਹੈ ਉਹਨੂੰ ਖੋਲ ਕੇ ਉਹਨੂੰ ਰੀਵਾਇਰ ਕਰਦੇ ਆ। ਤੁਸੀਂ ਆਪਣੇ ਅੰਦਰ ਹੀ ਸਾਰੀਆਂ ਗੱਲਾਂ ਰੱਖਦੇ ਹੋ ਤੇ ਤੁਹਾਨੂੰ ਕਿਸੇ ਤੇ ਟਰਸਟ ਨਹੀਂ ਹੈਗਾ ਤੇ ਤੁਸੀਂ ਸ਼ੇਅਰ ਨਹੀਂ ਕਰਨਾ ਚਾਹੁੰਦੇ ਹੋ। ਇੱਕ ਸਾਲ ਇੱਥੇ ਇਹਦੇ ਪਿਆ ਰਹੇਗਾ ਤੇ ਇਹਦੇ ਵਿੱਚ ਯੂ نو ਇਟ ਸਟਾਰਟਸ ਥਿੰਕਿੰਗ ਤੇ ਇਹ ਪਾਣੀ ਸਟੇਲ ਹੋ ਜਾਏਗਾ ਤੇ એનર્ਜੀ ਵੀ ਇਸ ਤਰ੍ਹਾਂ ਹੀ ਹੁੰਦੀ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਪੰਜਾਬੀਆਂ ਦੀ ਸ਼ਾਨ ਵੱਖਰੀ 'ਚ। ਪੰਜਾਬੀਆਂ ਦੀ ਸ਼ਾਨ ਵੱਖਰੀ 'ਚ ਅਸੀਂ ਗੱਲ ਕਰਦੇ ਹਾਂ ਐਸੇ ਲੋਕਾਂ ਦੇ ਨਾਲ, ਪੰਜਾਬੀ ਬੈਕਗ੍ਰਾਉਂਡ ਤੋਂ, ਜਿਨ੍ਹਾਂ ਨੇ ਦੁਨੀਆ ਦੇ ਵਿੱਚ ਐਸੇ ਕੰਮ ਕੀਤੇ, ਆਪਣੀ ਲਾਈਫ ਨੂੰ ਵੀ ਟਰਾਂਸਫਾਰਮ ਕੀਤਾ, ਇਨਸਪੀਰੇਸ਼ਨ ਬਣੇ ਔਰ ਲੋਕਾਂ ਦੀ ਜ਼ਿੰਦਗੀ ਨੂੰ ਅੱਜ ਵੀ ਕਿਤੇ ਨਾ ਕਿਤੇ ਇਨਸਪਾਇਰ ਔਰ ਟਰਾਂਸਫਾਰਮ ਕਰਨ ਦਾ ਕੰਮ ਕਰ ਰਹੇ ਹਨ। ਜੀ ਹਾਂ, ਅੱਜ ਦੀ ਦੁਨੀਆ 'ਚ ਅਗਰ ਅਸੀਂ ਦੋਸਤੋ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਅਗਰ ਅਸੀਂ ਗੱਲ ਕਰੀਏ, ਚਾਹੇ ਯੂਥ ਦੀ ਗੱਲ ਕਰੀਏ ਜਾਂ ਮਿਡਲ ਏਜ ਦੀ ਗੱਲ ਕਰੀਏ, ਤਾਂ there is a problem which is happening and which is traveling across in all the age group, that is anxiety, depression, life ਦੀ stability ਨੂੰ ਲੈ ਕੇ, ਲਾਈਫ 'ਚ ਕਰੀਅਰ ਨੂੰ ਬਣਾਉਣ ਨੂੰ ਲੈ ਕੇ people are getting towards more depressive stage, anxiety ਹਾਵੀ ਹੋ ਰਹੀ ਹੈ ਲੋਕਾਂ ਦੀ ਜ਼ਿੰਦਗੀ ਤੇ ਇਹਨਾਂ ਦੇ ਸੋਲੂਸ਼ਨ ਵਾਸਤੇ ਹਰ ਆਦਮੀ ਸੋਚਦਾ ਹੈ ਕਿ ਐਗਜ਼ੈਕਟਲੀ ਇਹਦਾ ਰਾਸਤਾ ਕੀ ਕੱਢਿਆ ਜਾਏ ਕਿ ਜਿਹਦੇ ਕਰਕੇ ਲਾਈਫ 'ਚ ਸਾਨੂੰ somebody can guide us through that light, ਕਿ ਸਾਨੂੰ ਸਹੀ ਰਾਸਤਾ ਦਿਖਾ ਸਕੇ। ਬਹੁਤ ਲੋਕ ਜਿਨ੍ਹਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਅਸੀਂ ਇਹਦਾ ਸੋਲੂਸ਼ਨ ਕੀ ਲੈਣਾ ਹੈ, ਇਸ ਚੀਜ਼ ਨੂੰ ਡੀਲ ਕਿਵੇਂ ਕਰਨਾ ਹੈ, ਐਂਗਜ਼ਾਇਟੀ, ਡਿਪਰੈਸ਼ਨ, ਯੂ نو ਲਾਈਫ ਦੀ ਅਲੱਗ-ਅਲੱਗ ਸਟੇजेस ਦੇ ਵਿੱਚ, ਯੂ نو when challenges comes into your life, the some people goes to doctor, some people goes to psychiatrist, but nowadays there is a ਲੋਕਾਂ ਦੇ ਜ਼ਿੰਦਗੀ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਪ੍ਰੋਫਾਈਲ ਵੀ ਸਾਹਮਣੇ ਆ ਰਹੀ ਹੈ ਜਿਹੜੇ ਲੋਕਾਂ ਨੂੰ ਹੀਲਰ ਦੇ ਤੌਰ ਤੇ ਗਾਈਡ ਕਰਕੇ, ਯੂ نو ਆਪਣੇ ਵਰਡਸ ਦੇ ਨਾਲ ਉਹਨਾਂ ਨੂੰ ਜ਼ਿੰਦਗੀ ਦੀ ਟੈਕਨੀਕ ਨੂੰ ਥੋੜਾ ਜਿਹਾ ਰਿਫਾਈਨ ਕਰਕੇ ਉਹਨਾਂ ਨੂੰ ਲਾਈਫ 'ਚ ਗਾਈਡ ਕਰਨ ਦਾ ਕੰਮ ਕਰਦੇ ਨੇ ਕਿ ਉਹਨਾਂ ਦੀ ਲਾਈਫ ਨੂੰ ਹੋਰ ਅੱਛਾ ਕਿਵੇਂ ਬਣਾਇਆ ਜਾ ਸਕਦਾ ਹੈ। ਸੋ ਟੁਡੇ ਵੀ ਹੈਵ ਵਨ ਵੈਰੀ ਸਪੈਸ਼ਲ ਵਿਮਨ who is dealing with such issues from so long, ਲੋਕਾਂ ਦੀ ਜ਼ਿੰਦਗੀ 'ਚ ਜਾ ਕੇ ਲੋਕਾਂ ਦੀ ਪ੍ਰੋਬਲਮਸ ਨੂੰ ਰਿਜ਼ੋਲਵ ਕਰ ਰਹੇ ਨੇ ਆਪਣੀ ਟੈਕਨੀਕਸ ਨਾਲ, ਆਪਣੀ ਹੀਲਿੰਗਸ ਨਾਲ ਐਂਡ ਆਪਣੇ ਵਰਡਸ ਦੇ ਨਾਲ। with very proudly, being a Punjabi, I feel very proud to welcome her, Dr. Ramandeep Kaur, a life coach, healer and therapist. Very very warm welcome, Dr. Ramandeep Kaur. Thank you Deepak ji, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। Thank you so much for having me here. ਬਹੁਤ ਵਧੀਆ ਲੱਗ ਰਿਹਾ ਜੀ ਕਿ ਪੰਜਾਬੀ 'ਚ ਤੁਹਾਡੀ ਗੱਲ ਕਰਕੇ। ਅੱਜ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲਾਈਫ ਕੋਚ ਐਗਜ਼ੈਕਟਲੀ ਲੋਕਾਂ ਦੀ ਜ਼ਿੰਦਗੀ ਟਰਾਂਸਫਾਰਮ ਕਿਵੇਂ ਕਰਦਾ ਹੈ। ਹਾਂਜੀ ਬਿਲਕੁਲ ਜੀ, ਸਾਰੀ ਕਨਵਰਸੇਸ਼ਨ ਅਸੀਂ ਪੰਜਾਬੀ ਵਿੱਚ ਕਰਾਂਗੇ ਤੇ ਬਹੁਤ ਚੰਗਾ ਲੱਗ ਰਿਹਾ ਹੈ ਪੰਜਾਬੀ ਵਿੱਚ ਗੱਲ ਕਰਨ ਦੀ ਜਿਹੜੀ ਅਸੀਂ ਇਨੀਸ਼ੀਏਟਿਵ ਲਿੱਤਾ ਹੈ। ਜੀ ਜੀ। ਲਾਈਫ ਕੋਚ, ਹੀਲਰ, ਥੈਰੇਪਿਸਟ, ਇਹ ਤਿੰਨ ਏਰੀਆਜ਼ ਹੈਗੇ। ਜੀ। ਲਾਈਫ ਕੋਚ ਇੱਕ ਐਸਾ ਸਰਟੀਫਾਈਡ, ਵੈਲ ਇਕਵਿਪਡ, ਟ੍ਰੇਨਡ ਪ੍ਰੋਫੈਸ਼ਨਲ ਹੁੰਦਾ ਹੈ ਜਿਨ੍ਹਾਂ ਨੂੰ ਇਹ ਇੱਕ ਨੈਕ ਹੁੰਦਾ ਹੈ ਕਿ ਜਿਹੜਾ ਇੱਕ ਕੁਐਸਚਨ ਹੈਗਾ ਉਸ ਕੁਐਸਚਨ ਨੂੰ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਨਾਲ ਉਹਨੂੰ ਪੁੱਛਣਾ ਹੈ ਤੇ ਕਿਸ ਟਾਈਮ ਤੇ ਪੁੱਛਣਾ ਹੈ ਤੇ ਕਿਸ ਇਮੋਸ਼ਨ ਦੇ ਨਾਲ, ਕਿਸ ਟੋਨ ਦੇ ਵਿੱਚ ਪੁੱਛਣਾ ਹੈ। ਨਾਓ ਇੱਕ ਕੁਐਸਚਨ ਅਗਰ ਅਸੀਂ ਕਿਸੇ ਨੂੰ ਜਿਹੜਾ ਕੋਈ ਚੈਲੰਜਸ ਦੇ ਵਿੱਚ ਡੀਲ ਕਰ ਰਿਹਾ ਹੈ ਉਸ ਨੂੰ ਅਸੀਂ ਕੋਈ ਕੁਐਸਚਨ ਪੁੱਛਾਂਗੇ, ਉਹ ਕੁਐਸਚਨ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਹੀ ਆਨਸਰ ਬਣਦਾ ਹੈ। ਤੇ ਲਾਈਫ ਕੋਚਿੰਗ ਦੇ ਵਿੱਚ ਅਸੀਂ ਇੱਕ ਥਾਟ ਪ੍ਰੋਵੋਕਿੰਗ ਕੁਐਸਚਨ ਪੁੱਛ ਕੇ ਜਿਹੜੇ ਸਾਡੇ ਕੋਚੀਜ਼ ਹੁੰਦੇ ਨੇ ਉਹਨਾਂ ਨੂੰ
ਇਹ ਆਨਸਰਸ ਜਿਹੜੇ ਹੈਗੇ, ਆਪਸ਼ਨਸ ਜਿਹੜੀ ਹੈਗੀ ਤੇ ਸੋਲੂਸ਼ਨ ਕੀ ਹੈਗਾ ਉਹ ਫਾਈਂਡ ਆਊਟ ਕਰਨ ਦੇ ਵਾਸਤੇ ਅਸੀਂ ਇਨਕਰੇਜ ਕਰਦੇ ਹਾਂ ਜੀ। ਹੀਲਿੰਗ ਜਿਹੜੀ ਹੈਗੀ ਹੈ, ਹੀਲਿੰਗ ਦੇ ਵਿੱਚ obviously you know everything is energy, ਜੋ ਵੀ ਸਭ ਕੁਝ ਹੈਗਾ, ਇਨਸਾਨ ਹੈਗੇ, ਜਾਨਵਰ ਹੈਗੇ, ਬ੍ਰਹਮਾਂਡ ਦੇ ਵਿੱਚ ਸਭ ਕੁਝ, everything is energy ਜੀ। ਤੇ ਅਸੀਂ ਉਸ એનર્ਜੀ ਨੂੰ ਟੈਪ ਇਨ ਕਰਕੇ ਤੇ ਹੈਲਪ ਕਰਦੇ ਆ ਲੋਕਾਂ ਨੂੰ, ਜਿਹੜੀ ਥਾਟਸ ਕਰਕੇ ਉਹਨਾਂ ਦੀ ਬੋਡੀ ਦੇ ਵਿੱਚ ਏਕਸ ਐਂਡ ਪੇਨਸ ਹੈਗੀਆਂ ਨੇ, ਡਿਜ਼ੀਜ਼ ਆ ਜਾਂਦਾ ਹੈ, ਉਸ ਚੀਜ਼ ਨੂੰ ਹੀਲ ਕਰਨ ਦੇ ਵਾਸਤੇ ਜ਼ਿਆਦਾਤਰ ਹੀਲਿੰਗ ਮੋਡੈਲਿਟੀਜ਼ ਜਿਹੜੀਆਂ ਹੁੰਦੀਆਂ ਨੇ ਉਹ ਹੈਂਡਸ ਔਨ ਬੋਡੀ ਪ੍ਰੋਸੈਸਸ ਹੁੰਦੇ ਨੇ। ਤੇ ਥੈਰੇਪੀ ਲਾਈਕ ਯੂ نو एवरीवन ਨੋਜ਼, ਥੈਰੇਪੀ ਜਿਹੜੀ ਹੈਗੀ ਹੈ ਇਹ ਵੈਰੀ ਸਾਇੰਟੀਫਿਕਲੀ ਬੈਕਡ ਪ੍ਰੋਸੈਸਸ ਹੁੰਦੇ ਨੇ, ਜਿੱਥੇ ਅਸੀਂ ਤੁਹਾਡੇ ਬ੍ਰੇਨ ਦਾ ਜਿਹੜਾ ਸਰਕਿਟ, ਬ੍ਰੇਨ ਦੀ ਜਿਹੜੀ ਫੰਕਸ਼ਨ ਕਰਨ ਦਾ ਤਰੀਕਾ ਹੁੰਦਾ ਹੈ ਤੇ ਨਰਵਸ ਸਿਸਟਮ ਦਾ ਜਿਹੜਾ ਫੰਕਸ਼ਨ ਕਰਨ ਦਾ ਤਰੀਕਾ ਹੁੰਦਾ ਹੈ, ਉਹਨੂੰ ਅਸੀਂ ਟੈਪ ਇਨ ਕਰਕੇ ਉਹਨੂੰ ਰੈਕਟੀਫਾਈ ਕਰਦੇ ਹਾਂ, ਰੀਵਾਇਰ ਕਰਦੇ ਹਾਂ। ਸੋ ਦੈਟ ਇਜ਼ ਵਾਟ ਥੈਰੇਪੀ ਇਜ਼। ਸੋ ਦੈਟਸ ਯੂ نو ਜੋ ਵੀ ਉਹਨਾਂ ਦੇ ਮਾਈਂਡ 'ਚ ਅਗਰ ਕੁਝ ਨੈਗੇਟਿਵਿਟੀ ਕ੍ਰੀਏਟ ਕਰ ਰਹੀ ਹੈ, ਉਹਦੇ ਬ੍ਰੇਨ ਸੈਲਸ ਨੇ, ਸਿਰਫ ਤੁਸੀਂ ਉਹ ਪੋਜ਼ਿਟਿਵ ਸੈਲਸ ਨੂੰ ਐਨਰਜਾਈਜ਼ ਕਰਦੇ ਹੋ ਥੈਰੇਪੀ ਦੇ ਥਰੂ ਜਾਂ ਉਸ ਦੇ ਥਰੂ, ਕਿ ਸੋ ਦੈਟ ਜਿਹੜਾ ਉਹ ਨੈਗੇਟਿਵਿਟੀ ਹੈ ਦੈਟ ਸ਼ੁਡ ਯੂ نو ਵਾਈਟ ਵਾਸ਼ਡ ਇਨਟੂ देयर ਫਰਮ देयर ਬ੍ਰੇਨ, ਔਰ ਉਹ ਯੂ نو ਪੋਜ਼ਿਟਿਵ ਔਰ ਯੂ نو ਥਾਟ ਪ੍ਰੋਸੈਸ ਉਹਨਾਂ ਦਾ ਆਲ ਟੁਗੇਦਰ ਚੇਂਜ ਹੋ ਜਾਏ। yes, more or less like that only. What happens is ਸਾਡਾ ਜਿਹੜਾ ਬ੍ਰੇਨ ਹੈਗਾ ਇਹਦੇ ਵਿੱਚ ਸਰਕਿਟਸ ਬਣਦੇ ਨੇ। ਸੋ ਅ ਚਾਈਲਡ, ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ, ਉਹਨੂੰ ਕੁਝ ਵੀ ਨਹੀਂ ਕਰਨਾ ਆਉਂਦਾ, ਉਹਨੂੰ ਨਾ ਚੱਲਣਾ ਆਉਂਦਾ ਹੈ, ਨਾ ਉਹ ਆਪਣੇ ਮਾਪਿਓ ਦੇ ਗੋਦੀ ਵਿੱਚ ਹੀ ਰਹਿੰਦਾ ਹੈ ਤੇ ਉਧਰੋਂ ਹੀ ਸਭ ਕੁਝ ਸਿੱਖਦਾ ਹੈ, ਤੇ there is no manual that comes. What happens is ਸਾਡੇ ਬ੍ਰੇਨ ਦੇ ਵਿੱਚ ਜਿਸ ਤਰ੍ਹਾਂ ਉਹ ਬੱਚਾ ਮੂਵਮੈਂਟ ਸਿੱਖਦਾ ਹੈ, ਇੱਕ ਨੈਚੁਰਲ ਪ੍ਰੋਸੈਸ ਹੈਗਾ, ਚੱਲਣਾ ਵੀ ਸਿੱਖਦਾ ਹੈ, ਬੋਲਣਾ ਵੀ ਸਿੱਖਦਾ ਹੈ, ਸਾਰੀਆਂ ਗੱਲਾਂ ਸਿੱਖਦਾ ਹੈ, ਤੇ ਉਹ ਕਿਸ ਤਰ੍ਹਾਂ ਸਿੱਖਦਾ ਹੈ, ਬ੍ਰੇਨ ਦੇ ਵਿੱਚ ਸਰਕਿਟਸ ਕ੍ਰੀਏਟ ਹੁੰਦੇ ਨੇ। ਜਦੋਂ ਸਰਕਿਟਸ ਕ੍ਰੀਏਟ ਹੁੰਦੇ ਨੇ, ਸਰਕਿਟਸ ਜੁਆਇਨ ਹੁੰਦੇ ਨੇ, ਸਰਕਿਟਸ ਜੁਆਇਨ, ਨਿਊਰੋਨਸ ਜੁਆਇਨ ਹੁੰਦੇ ਨੇ ਤੇ ਉਹ ਸਰਕਿਟਸ ਬਣਦੇ ਨੇ, ਸਰਕਿਟਸ ਬਣਦੇ ਨੇ ਤੇ ਅਸੀਂ ਚੀਜ਼ਾਂ, ਹੁਣ ਕੀ ਹੁੰਦਾ ਹੈ ਕਿ ਸਾਡੇ ਐਕਸਪੀਰੀਅੰਸ ਕੁਝ ਹੁੰਦੇ ਨੇ, ਉਸ ਦੇ ਕਰਕੇ ਵੀ ਕੁਝ ਅੱਛੇ ਐਕਸਪੀਰੀਅੰਸ ਹੁੰਦੇ ਨੇ ਤੇ ਸਰਕਿਟ ਉਸ ਤਰ੍ਹਾਂ ਨਾਲ ਬਣ ਜਾਂਦੇ ਨੇ, ਕੋਈ ਨੈਗੇਟਿਵ ਹੈ ਤੇ ਸਰਕਿਟ ਉਸ ਤਰ੍ਹਾਂ ਨਾਲ ਬਣ ਜਾਂਦੇ। ਥੈਰੇਪੀ ਦੇ ਵਿੱਚ ਅਸੀਂ ਉਹ ਜਿਹੜੇ ਸਰਕਿਟਸ ਨੇ ਉਹਨਾਂ ਨੂੰ ਹੀਲ ਕਰਦੇ ਆ, ਸਪੇਸ ਦਿੰਦੇ ਆ ਕਿ ਉਹ ਸਰਕਿਟਸ ਜਿਹੜੇ ਹੈਗੇ ਉਹ ਹੋਰ ਨਏ ਸਰਕਿਟਸ ਬਣਨ। ਪੁਰਾਣੇ ਵਾਲੇ ਸਰਕਿਟਸ ਜਿਹੜੇ ਹੈਗੇ ਉਹਨਾਂ ਦੀ ਇੱਕ ਸ਼ੈਲਫ ਲਾਈਫ ਹੁੰਦੀ ਹੈ, ਉਹ ਖਤਮ ਹੋ ਜਾਂਦੇ ਨੇ, ਤੇ ਨਏ ਸਰਕਿਟਸ ਜਿਹੜੇ ਬਣਦੇ ਨੇ ਉਹ ਆਟੋ ਪਾਇਲਟ ਮੋਡ ਤੇ ਨਾ ਬਣਨ, ਕੌਨਸ਼ੀਅਸਲੀ ਅਸੀਂ ਉਹਨੂੰ ਬਣਾਈਏ ਜਿਹੜਾ ਕਿ ਸਾਡੇ ਲਈ ਵਰਕ ਕਰ ਰਿਹਾ, ਨਾਟ ਸਾਡੇ ਅਗੇਂਸਟ ਵਰਕ ਕਰ ਰਿਹਾ। ਜਿਸ ਤਰ੍ਹਾਂ ਤੁਸੀਂ ਇਲੈਬੋਰੇਟ ਕੀਤਾ, ਮੈਨੂੰ ਤਾਂ ਅੱਜ ਪਤਾ ਲੱਗ ਰਿਹਾ ਸਾਡੇ ਦਿਮਾਗ 'ਚ ਸਰਕਿਟ ਚੱਲ ਰਹੇ ਨੇ। चिंता हो रही है कि मेरे वो नेगेटिव सर्किट ना घूमे, ऑटो पायलट मोड से रहे। बिल्कुल जी, बिजली है जी साडे दिमाग च। मैं तो सोच रहा भी इन्ने सर्किट भी चल रहे ने दिमाग च, इन्ना सोचना पैना। बिल्कुल जी, बिल्कुल। मैं एक चीज रमन जी जानना चाह रहा सी, यू नो ਤੁਹਾਡਾ ਜਿਹੜਾ ਸੋਲ ਕੋਚਿੰਗ ਹੈ ਜਾਂ ਯੂ نو ਮੈਂਟਲ ਥੈਰੇਪੀ ਹੈ, ਤੁਹਾਡਾ ਆਪਦਾ ਪਰਸਨਲ ਇੰਟਰਸਟ ਇਸ ਫੀਲਡ 'ਚ ਕਿਵੇਂ ਹੋਇਆ? When did you realize you know you want to get into this and you know want to take it as a professional career and you want to counsel now people? थोड़ा आपदी personal ਤੁਹਾਡੀ mindset ਕਦੋਂ ਇਸ ਵਾਸਤੇ ਬਣਿਆ? ਦੇਖੋ ਜੀ, no matter what life happens, right? ਤੁਸੀਂ ਉਹਦੇ ਕੋਲੋਂ ਆਪਣਾ ਲੈਸਨ ਸਿੱਖਣਾ ਚਾਹੁੰਦੇ ਹੋ ਤੇ ਵੀ ਠੀਕ ਹੈ, ਨਹੀਂ ਸਿੱਖਣਾ ਚਾਹੁੰਦੇ ਤੇ ਵੀ ਠੀਕ ਹੈ, ਬਟ ਲਾਈਫ ਤੁਹਾਨੂੰ ਲੈਸਨ ਸਿਖਾਏਗੀ। ਲਾਈਫ will teach you. So 14 years back I was dealing with certain you know things in my life and ਮੈਨੂੰ ਲੱਗਿਆ ਕਿ ਮੈਂ ਕੀ ਕਰਾਂ ਹੁਣ, you know life was like you know it is the end of the world and I went to a life coach and ਉਹਨਾਂ ਦੇ ਕੋਲੋਂ ਮੈਂ ਕੁਝ ਸੈਸ਼ਨਸ ਲਿੱਤੇ ਤੇ ਮੈਂ you know being me I was a very different kind of a personality. I was under confident, lack of self love, lack of self respect, you know ਉਸ ਤਰ੍ਹਾਂ ਦਾ ਮੇਰਾ ਨੇਚਰ ਹੈਗਾ ਸੀ। ਤੇ ਮੈਂ ਉੱਥੇ ਜਾ ਕੇ ਆਪਣੇ ਵਿੱਚ ਬੜੇ ਵਰਕ ਕੀਤਾ ਤੇ ਬੜੇ ਚੇਂਜਸ ਦੇਖੇ ਤੇ ਮੈਂ ਕਿਹਾ ਹੁਣ ਮੇਰੇ ਕੋਲ ਇੱਕ ਸਟੋਰੀ ਹੈਗੀ ਹੈ, ਹੁਣ ਮੈਂ ਸਟੋਰੀ ਨੂੰ ਹਾਈਡ ਕਿਉਂ ਕਰਾਂ? ਮੈਂ ਜਾਂ ਤੇ ਸਟੋਰੀ ਨੂੰ ਹਾਈਡ ਕਰਕੇ ਕਿਧਰੇ ਕੋਨੇ ਵਿੱਚ ਪਾ ਕੇ ਕੋਨੇ ਵਿੱਚ ਬੈਠੀ ਰਹਿ ਸਕਦੀ ਹਾਂ ਤੇ ਰੋ ਸਕਦੀ ਹਾਂ, ਮੇਰੇ ਨਾਲ ਇਹ ਹੋ ਗਿਆ, ਮੇਰੇ ਨਾਲ ਉਹ, ਜਾਂ ਮੈਂ ਉਸ ਸਟੋਰੀ ਨੂੰ ਇਨਸਪੀਰੇਸ਼ਨਲ ਵੇ ਦੇ ਵਿੱਚ ਮੈਂ ਸ਼ੇਅਰ ਕਰ ਸਕਦੀ ਹਾਂ ਸਭ ਦੇ ਨਾਲ ਤੇ ਮੈਂ ਕੰਟਰੀਬਿਊਟ ਕਰ ਸਕਦੀ ਹਾਂ। ਇਫ ਆਈ ਕੈਨ ਯੂ نو ਡੂ ਇਟ ਫॉर ਮਾਈ ਸੈਲਫ
people can do it for themselves also. Why not be a medium for that? मैं क्यों ना इस चीज ਦਾ medium बना? ਤੇ ਉਧਰੋਂ ਮੈਂ ਫਿਰ ਇਹ ਸੋਚਿਆ ਕਿ I want to take this up as a profession. I want to do this. And ਫਿਰ you know what happens ਜਦੋਂ ਤੁਸੀਂ ਕੋਈ ਚੀਜ਼ decide ਕਰਦੇ ਹੋ ਤੇ universe ਤੁਹਾਨੂੰ support ਕਰਦਾ ਹੈ. Absolutely. Now universe ਜਦੋਂ support ਕਰਦਾ ਹੈ ਤੇ ਉਹ ਕਹਿੰਦੇ ਨਾ ਛੱਪੜ ਫਾੜ ਕੇ ਤੇ ਮੇਰੇ ਕੋਲ ਉਸ ਤਰ੍ਹਾਂ ਦੇ ਲੋਕ ਆਣਾ ਸ਼ੁਰੂ ਹੋ ਗਏ, ਉਸ ਤਰ੍ਹਾਂ ਦੀ opportunities ਆਣਾ ਸ਼ੁਰੂ ਹੋ ਗਈਆਂ. ਮੈਂ over these 14 years I did around 35 I studied around 35 modalities in the areas of healing, coaching and therapy. ਤੇ ਮੈਂ ਪੜ੍ਹਦੀ ਵੀ ਗਈ ਨਾਲ ਨਾਲ ਤੇ ਪ੍ਰੈਕਟਿਸ ਵੀ ਕਰਦੀ ਗਈ ਨਾਲ ਨਾਲ. ਉਸ ਟਾਈਮ ਮੈਂ ਇੱਕ ਸੈਸ਼ਨ ਨੂੰ ਖਤਮ ਕਰਨ ਵਿੱਚ ਮੇਬੀ 4 ਘੰਟੇ ਲੈਂਦੀ ਸੀ ਤੇ ਅੱਜ ਉਹੀ ਰਿਜ਼ਲਟ 15-20 ਮਿੰਟ ਅੱਧੇ ਘੰਟੇ ਵਿੱਚ ਆ ਜਾਂਦਾ ਹੈ. So that is the kind of proficiency you have, increased, Yes, over these 14 years, and I'm enjoying this journey thoroughly enjoying this. मैं एक टर्मिनोलॉजी समझना चाहूंगा डॉक्टर रमनदीप कौर की we come across this terminology as soul coaching. Is soul coaching exactly what does this soul coaching means? और ये लोगों दी लाइफ ਨੂੰ better ਕਰਨ ਵਾਸਤੇ how does it help actually? Okay, so ਜਿਹੜਾ ਲਾਈਫ ਦਾ ਇੱਕ ਫੈਕਟ ਹੈਗਾ, ਹਰ ਇੱਕ ਇੰਡੀਵਿਜੂਅਲ ਦਾ ਇੱਕ ਫੈਕਟ ਹੈਗਾ, ਚਾਹੇ ਉਹ ਜੀਵਿਤ ਜਿਹੜਾ ਪ੍ਰਾਣੀ ਹੈਗਾ, ਚਾਹੇ ਉਹ ਪਲਾਂਟਸ ਵੀ ਹੈਗੇ, there is a life force energy. What is that life force energy? ਕੁਝ ਸਾਡੇ ਅੰਦਰ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਉਹ ਜਦੋਂ ਬੋਡੀ ਵਿੱਚੋਂ ਨਿਕਲਦਾ ਹੈ ਤੇ I will not be Raman, I will be just a body. Yes. Right? ਤੇ ਉਹ ਕੀ ਹੈਗਾ? ਉਹ ਹੈਗੀ ਹੈ soul. Now the soul is perfect, whole and complete. Now when we are living our life from a space of physical self, ਜਦੋਂ ਅਸੀਂ ਸੋਚਦੇ ਹਾਂ materialistic ਚੀਜ਼ਾਂ, ਮੈਨੂੰ ਇਹ ਮਿਲ ਜਾਏ, ਮੈਨੂੰ ਇਹ ਚਾਹੀਦਾ, ਮੇਰਾ ਇਹ ਡ੍ਰੀਮ ਹੈ, ਮੈਨੂੰ ਇਹ ਸਕਸੈਸ ਮਿਲ ਜਾਏ, ਮੈਂ ਉਹਦੇ ਤੋਂ ਇਹ ਖੋ ਲਾਂ, ਮੈਂ ਉਹਦੇ ਤੋਂ ਇਹ ਕਰ ਲਾਂ, ਮੈਨੂੰ ਪਾਵਰ ਚਾਹੀਦੀ ਹੈ. that is the physical self and it is not wrong. I say ਕਿ ਇਹਦੇ ਵਿੱਚ ਕੋਈ ਖਰਾਬੀ ਨਹੀਂ ਹੈਗੀ ਹੈ. ਸਾਨੂੰ goals, dreams ਸਾਡੀ ਲਾਈਫ ਵਿੱਚ ਹੋਣੇ ਚਾਹੀਦੇ ਨੇ. we are here for a reason, but at the same time the truth is ਕਿ ਅਸੀਂ ਇਨਸਾਨ ਜਿਹੜੇ ਹੈਗੇ ਆ, we are the soul, our body is in the soul, our soul is not in the body, yes, right? So ਸਾਡੀ ਜਿਹੜੀ soul ਹੈਗੀ ਹੈ, ਜਦੋਂ ਅਸੀਂ ਉਸ ਲੈਵਲ ਤੇ ਪਹੁੰਚ ਜਾਂਦੇ ਹਾਂ ਕਿ ਅਸੀਂ ਆਪਣੀ soul ਤੋਂ ਹਰ ਚੀਜ਼ ਨੂੰ ਐਨਾਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ. Now the soul is perfect, whole and complete. You cannot take your decisions wrong when you're thinking from that perspective. Absolutely. It's called the highest self, the most perfect self. अगर कोई बंदा if somebody starts thinking from that perspective, और अगर बंदा उस सोल नाल कनेक्ट हो जाने इंटरनली उत्थों सोचन लग पे, ਮੈਨੂੰ ਲੱਗਦਾ ਫਿਰ ਉਸ ਤੋਂ ਬਾਅਦ ਤੋਂ as you said rightly, that is the purest form, I guess. Purest form, you're connected to the divine. You connected to your inner self. The divine is here. ਸਾਡੇ ਅੰਦਰ ਹੈਗੇ ਵਾਹਿਗੁਰੂ ਜੀ, ਸਾਡੇ ਅੰਦਰ ਬਾਬਾ ਜੀ ਹੈਗੇ, ਸਾਡੇ ਅੰਦਰ ਸੁਪਰੀਮ ਪਾਵਰ ਹੈਗੀ ਹੈ. Absolutely. ਤੇ ਜਦੋਂ ਤੁਸੀਂ ਇਸ ਚੀਜ਼ ਨੂੰ ਸਿਰਫ ਬੋਲਦੇ ਨਹੀਂ ਹੋ ਜਾਂ ਪਾਠ ਵਿੱਚ ਪੜ੍ਹਦੇ ਨਹੀਂ ਹੋ, ਤੁਸੀਂ ਇਸ ਚੀਜ਼ ਨੂੰ ਅਪਲਾਈ ਵੀ ਕਰਦੇ ਹੋ ਕਿ ਵਾਹਿਗੁਰੂ ਦੀ ਮਰਜ਼ੀ ਦੇ ਬਿਨਾ ਪੱਤਾ ਨਹੀਂ ਹਿਲਦਾ, ਤੇ ਤੁਹਾਨੂੰ ਹਰ ਚੀਜ਼ ਨੂੰ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣਾ ਤੇ ਅਪਲਾਈ ਕਰਨਾ, ਐਗਜ਼ੀਕਿਊਟ ਕਰਨਾ ਤੇ ਐਕਸਪੀਰੀਅੰਸ ਕਰਨਾ ਆ ਜਾਂਦਾ ਵੈਰੀ ਰਾਈਟ. ਐਂਡ that is a lot of power. It's a very powerful space to be. Then nothing is impossible. There is nothing that doesn't happen without a reason. ਤੁਹਾਡੇ ਕੋਲ ਹਰ ਚੀਜ਼ ਦਾ ਇੱਕ ਵੈਲਿਡ, ਸੋਲਿਡ, ਵੈਰੀ ਪਿਓਰ ਐਂਡ ਪੋਜ਼ਿਟਿਵ ਰੀਜ਼ਨ ਹੁੰਦਾ ਹੈ. ਜੋ ਵੀ ਹੋ ਰਿਹਾ ਹੈ, you become a person who is in a state of being. ਤੁਸੀਂ ਵਾਹਿਗੁਰੂ ਦੀ ਮਰਜ਼ੀ ਦੇ ਵਿੱਚ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਤੁਸੀਂ ਬੜੇ ਖੁਸ਼ ਰਹਿੰਦੇ ਹੋ. And that's a very powerful space. Absolutely. ਮੈਨੂੰ ਲੱਗਦਾ ਤੁਸੀਂ ਜਿਸ ਹਿਸਾਬ ਨਾਲ ਐਲੈਬੋਰੇਟ ਕੀਤਾ ਨਾ, if people start understanding this philosophy actually, ਮੈਨੂੰ ਲੱਗਦਾ ਲੋਕਾਂ ਦੀ ਅੱਧੀ ਨਹੀਂ, ਮੈਕਸਿਮਮ ਟੈਨਸ਼ਨ, ਐਂਜ਼ਾਈਟੀ, whatever negative notion inside their body, ਉਹ ਮੈਨੂੰ ਲੱਗਦਾ evaporate ਹੋ ਜਾਣਗੇ if the people understand this philosophy actually. Very true. ਦੇਖੋ ਜੀ, anxiety ਕੀ ਹੈਗੀ ਹੈ? Anxiety is loss of control. Anxiety is a feeling ਜਦੋਂ ਸਾਨੂੰ ਲੱਗਦਾ ਹੈ ਕਿ ਚੀਜ਼ਾਂ ਸਾਡੇ ਹਿਸਾਬ ਦੇ ਨਾਲ ਨਹੀਂ ਹੋ ਰਹੀਆਂ. Yes. When we feel that it is not we don't realize, ਸਾਨੂੰ ਇਹ realization ਨਹੀਂ ਹੁੰਦੀ ਹੈ that nothing is in control. We can only control ourselves, our emotions, our actions, our thoughts. How we take life, how we live our life, how we execute our thoughts into actions. ਅਸੀਂ ਉਹੀ ਕਰ ਸਕਦੇ ਹਾਂ. ਤੇ ਅਸੀਂ ਜਦੋਂ ਆਪਣੀ ਥਾਟਸ ਤੇ ਇਹ ਸਭ ਜਿਹੜੇ ਫੈਕਟਰਸ ਹੈਗੇ, ਇਸ ਨੂੰ ਅਸੀਂ ਸਹੀ ਤਰੀਕੇ ਨਾਲ ਇੰਪਰੋਵਾਈਜ਼ ਕਰਦੇ ਹਾਂ ਤੇ ਐਂਜ਼ਾਈਟੀ
I wouldn't say कि anxiety नहीं होती है, you know. Obviously, when you have planned for something, ਤੁਸੀਂ बड़ा effort पाया है, ਤੁਸੀਂ बड़ी ਤਿਆਰੀ ਕੀਤੀ ਹੈ ਤੇ ਉਹ ਚੀਜ਼ ਉਸ ਤਰ੍ਹਾਂ ਨਾਲ ਨਹੀਂ ਹੋ ਰਹੀ ਹੈ ਤੇ anxiety ਤੇ ਹੁੰਦੀ ਹੈ, ਦੁੱਖ ਵੀ ਲੱਗਦਾ ਹੈ, ਦਿਲ ਵੀ ਟੁੱਟਦਾ ਹੈ, ਬਿਲਕੁਲ ਸਹੀ ਗੱਲ ਹੈ। But you bounce back because you know that you're an infinite being ਤੇ ਤੁਸੀਂ ਕੁਝ ਵੀ ਕ੍ਰੀਏਟ ਕਰ ਸਕਦੇ ਹੋ, ਬਾਬਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹੈ। ਬਿਲਕੁਲ ਸਹੀ ਗੱਲ। ਮੈਂ ਇੱਥੇ ਰਮਨ ਜੀ ਇੱਕ ਚੀਜ਼ ਹੋਰ ਮੈਂ ਜਾਨਣਾ ਚਾਹਾਂਗਾ, ਯੂ نو when people are dealing with you know these notions, ਚਾਹੇ ਡਿਪਰੈਸ਼ਨ ਕਹਿ ਲਓ, ਐਂਜ਼ਾਈਟੀ ਕਹਿ ਲਓ, ਯੂ نو any kind of a negative, ਉਦੋਂ I have personally seen and come across to people also, you know, ਤੁਸੀਂ ਉਹਨਾਂ ਨੂੰ ਚਾਹੇ ਕਿੰਨਾ ਗਾਈਡ ਕਰ ਲਓ as a normal person or a friend, you know, as a family member, ਕਿਉਂਕਿ ਉਹਨਾਂ ਦੇ ਉੱਪਰ ਉਸ ਟਾਈਮ ਨੈਗੇਟਿਵ ਨੋਸ਼ਨਸ ਪ੍ਰੀਵੇਲ ਕਰ ਰਹੇ ਨੇ, ਉਹਨਾਂ ਦੇ ਮਾਈਂਡ ਦੇ ਉੱਪਰ, ਬੋਡੀ ਦੇ ਉੱਪਰ ਪ੍ਰੀਵੇਲ ਕਰ ਰਹੇ ਨੇ। ਹਾਊ ਡਿਫਿਕਲਟ ਇਟ ਇਜ਼ ਫॉर ਐਨ ਇੰਡੀਵਿਜੂਅਲ ਟੂ ਕੋਪ ਅਪ ਵਿਦ ਥੀਸ ਨੈਗੇਟਿਵ ਨੋਸ਼ਨਸ। ਐਂਡ ਸੈਕੰਡ ਥਿੰਗ, ਐਜ਼ ਅ ਲਾਈਫ ਕੋਚ, ਐਜ਼ ਅ ਮੈਂਟਰ, ਐਜ਼ ਅ ਹੀਲਰ, ਕੀ ਟਿਪਸ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦਿੰਦੇ ਹੋ ਜਾਂ ਕੀ ਇਸ ਤਰ੍ਹਾਂ ਦੀ ਟੈਕਨੀਕ ਯੂਜ਼ ਕਰਦੇ ਹੋ ਕਿ ਇੱਕ ਆਦਮੀ ਅਗਰ ਕੋਈ ਡਿਪਰੈਸ਼ਨ ਚ ਹੈ, ਯੂ نو ਕੰਟੀਨਿਊਸਲੀ ਯੂ ਨੋ ਫੀਲਿੰਗ ਦੋਜ਼ ਨੋਸ਼ਨਸ, ਹਾਊ ਡੂ ਯੂ ਹੈਲਪ ਦੇਮ ਆਊਟ, ਕੀ ਟੈਕਨੀਕ ਯੂਜ਼ ਕਰਕੇ ਟੂ ਕਮ ਆਊਟ ਆਫ ਦੈਟ ਸਿਚੁਏਸ਼ਨ? ਦੇਖੋ ਜੀ, ਸ਼ਾਹਰੁਖ ਖਾਨ ਜਿਹੜੇ ਹੈਗੇ ਉਹ ਕਹਿੰਦੇ ਨੇ ਕਿ ਇਹ ਕਿਸੇ ਵੀ ਗੱਲ ਤੇ ਯਕੀਨ ਨਾ ਕਰੋ ਕਿ ਪੈਸਾ ਸਭ ਕੁਝ ਨਹੀਂ ਹੁੰਦਾ। ਉਹ ਕਹਿੰਦੇ ਨੇ ਕਿ ਜਿਹੜੇ ਵੀ ਲੋਕੀ ਹੈਗੇ ਉਹ ਕਹਿੰਦੇ ਨੇ ਪੈਸਾ, ਮਨੀ ਡਸਨਟ ਮੈਟਰ, ਮਨੀ ਇਜ਼ ਅਨਇੰਪੋਰਟੈਂਟ, ਉਹ ਆਲਰੇਡੀ ਉਹ ਸਟੇਜ ਤੱਕ ਪਹੁੰਚ ਕੇ ਕਹਿੰਦੇ ਨੇ, ਉਸ ਤੋਂ ਬਾਅਦ ਕਹਿ ਰਹੇ ਨੇ। ਤੇ ਜਦੋਂ ਤੁਸੀਂ ਡਿਪਰੈਸ਼ਨ ਦੇ ਫੇਸ ਤੋਂ ਨਿਕਲ ਰਹੇ ਹੁੰਦੇ ਹੋ, ਤੁਹਾਨੂੰ ਇਹ ਸਾਰੀ ਸੋਲ ਦੀ ਗੱਲ, ਵਾਹਿਗੁਰੂ ਬਾਬਾ ਜੀ ਦੀ ਮਿਹਰ ਦੀ ਗੱਲ, ਯੂਨੀਵਰਸ ਦੀ ਗੱਲ ਇਹ ਨਹੀਂ ਸਮਝ ਆਉਂਦੀ ਹੈ, ਬਿਕਾਜ਼ ਤੁਸੀਂ ਉਸ ਚੀਜ਼ ਤੋਂ ਇਸ ਤਰ੍ਹਾਂ ਡੀਲ ਕਰ ਰਹੇ ਹੋ ਕਿ ਤੁਹਾਡੀ ਬੋਡੀ, ਤੁਹਾਡੀ ਸੈਲਸ, ਤੁਹਾਡੇ ਇਮੋਸ਼ਨਸ, ਤੁਹਾਡੇ ਥਾਟਸ ਸਾਰੇ ਦੇ ਸਾਰੇ ਇੱਕ ਬਹੁਤ ਹੀ ਮਾਯੂਸੀ ਦੇ ਵਿੱਚ ਹੁੰਦੇ ਨੇ। ਤੇ ਉਸ ਟਾਈਮ ਤੇ ਥੈਰੇਪੀ ਵਰਕਸ। ਅਸੀਂ ਸਰਕਿਟਸ ਨੂੰ, ਜਿਹੜੀ ਵਾਇਰਿੰਗ ਸਾਡੇ ਬ੍ਰੇਨ ਦੇ ਵਿੱਚ ਹੁੰਦੀ ਹੈ, ਉਹਨੂੰ ਖੋਲ ਕੇ ਉਹਨੂੰ ਰੀਵਾਇਰ ਕਰਦੇ ਹਾਂ। these processes are permanent and ਉਸ ਟਾਈਮ ਤੇ ਡਿਪਰੈਸ਼ਨ ਦੇ ਵਿੱਚ ਤੁਸੀਂ ਕਿਸੇ ਨੂੰ ਗਿਆਨ ਦੋ ਨਾ, ਉਹ ਤੁਹਾਨੂੰ ਵਾਪਸ ਇੱਕ ਚਪੇੜ ਲਗਾਏਗਾ ਕਿ ਇਹ ਮੈਨੂੰ ਇਹ ਗਿਆਨ ਦੀ ਲੋੜ ਨਹੀਂ, ਗਿਆਨ ਮੇਰੇ ਕੋਲ ਬਹੁਤ ਹੈਗਾ, ਹਾਂ ਮੇਰੇ ਕੋਲ ਹੀ ਬਹੁਤ ਹੈਗਾ, ਤੇ ਇਹ ਗਿਆਨ ਨਹੀਂ ਚਾਹੀਦਾ ਹੁੰਦਾ ਉਸ ਟਾਈਮ ਤੇ। ਉਸ ਟਾਈਮ ਤੇ ਇਹ ਨਾ ਇੱਕ ਪ੍ਰੋਸੈਸ ਹੁੰਦਾ ਹੈ that we begin from questioning, from provoking questions, then we take them for therapy, for rewiring processes। ਜਦੋਂ ਉਹਨਾਂ ਦੇ ਸਰਕਿਟਸ ਬਦਲਨੇ ਸ਼ੁਰੂ ਹੁੰਦੇ ਨੇ, ਉਹਨਾਂ ਦਾ ਥਾਟ ਪ੍ਰੋਸੈਸ ਬਦਲਣਾ ਸ਼ੁਰੂ ਹੁੰਦਾ ਹੈ, ਉਹਨਾਂ ਦੇ ਡਿਪਰੈਸ਼ਨ ਵਾਲੇ ਜਿਹੜੇ ਸਿੰਪਟਮਸ ਹੈਗੇ ਉਹ ਘੱਟ ਹੋਣੇ ਸ਼ੁਰੂ ਹੁੰਦੇ ਨੇ, ਤੇ ਅਸੀਂ ਹੀਲਿੰਗ ਨਾਲ ਸਟਾਰਟ ਕਰਦੇ ਨੇ। ਇਨੀਸ਼ੀਅਲੀ that means, you know, when you meet or somebody comes up to you for such kind of advice or in the vaste tode, so you initially try to provoke them so that they should speak their heart out। Absolutely, it's very important to vent out in the first place। ਤੁਸੀਂ ਆਪਣੇ ਅੰਦਰ ਹੀ ਸਾਰੀਆਂ ਗੱਲਾਂ ਰੱਖਦੇ ਹੋ ਤੇ ਤੁਹਾਨੂੰ ਕਿਸੇ ਤੇ ਟਰਸਟ ਨਹੀਂ ਹੈਗਾ ਤੇ ਤੁਸੀਂ ਸ਼ੇਅਰ ਨਹੀਂ ਕਰਨਾ ਚਾਹੁੰਦੇ ਹੋ, ਤੇ ਇਟ ਇਜ਼ ਦ એનર્ਜੀ ਇਜ਼ ਨਾਟ ਮੂਵਿੰਗ ਨਾ, ਦੈਨ ਦੈਟ એનર્ਜੀ ਜਿਹੜੀ ਹੈਗੀ ਉਹ ਬਲੌਕਡ ਹੈਗੀ ਹੈ। ਤੇ ਜਿਹੜੀ ਵੀ ਚੀਜ਼ ਬਲੌਕਡ ਹੈਗੀ ਹੈ, ਉਹ ਹੁਣ ਇਹ ਪਾਣੀ ਦਾ ਗਲਾਸ ਹੈਗਾ, ਇਸ ਪਾਣੀ ਦੇ ਗਲਾਸ ਨੂੰ ਮੈਂ ਇਸ ਤਰ੍ਹਾਂ ਅੱਜ ਪਿਆ ਰਹਿਣ ਦਿਆਂ, ਕੋਈ ਫਰਕ ਨਹੀਂ ਪਏਗਾ, 5 ਦਿਨ ਪਏ ਰਹੇਗਾ, ਇਹ ਕੋਈ ਫਰਕ ਨਹੀਂ ਪਏਗਾ। ਇਹਨੂੰ 1 ਸਾਲ ਇੱਥੇ ਇਹਦੇ ਪਿਆ ਰਹੇਗਾ ਤੇ ਇਹਦੇ ਵਿੱਚ ਇਟ ਸਟਾਰਟ ਸਟਿੰਕਿੰਗ, ਤੇ ਇਹ ਪਾਣੀ ਸਟੇਲ ਹੋ ਜਾਏਗਾ। ਤੇ એનર્ਜੀ ਵੀ ਇਸ ਤਰ੍ਹਾਂ ਹੀ ਹੁੰਦੀ ਹੈ, ਤਦੀ ਬਿਮਾਰੀਆਂ ਵੀ ਹੁੰਦੀਆਂ ਨੇ, ਸਭ ਕੁਝ ਹੁੰਦਾ ਹੈ, ਪ੍ਰੋਬਲਮ ਜਿਹੜੀ ਹੁੰਦੀ ਹੈ। ਤੇ ਅਸੀਂ ਅਗਰ ਉਸ એનર્ਜੀ ਨੂੰ ਮੂਵ ਨਹੀਂ ਕਰਾਂਗੇ ਤੇ ਜਿਹੜੇ ਉਸਦੇ ਥੱਲੇ ਜਿਹੜੇ ਚੀਜ਼ਾਂ ਦਬੀਆਂ ਹੋਈਆਂ ਨੇ ਅਨਕੌਂਸ਼ੀਅਸ, ਸਬਕੌਂਸ਼ੀਅਸ ਮਾਈਂਡ ਦੇ ਵਿੱਚ, ਉਹ ਬਾਹਰ ਨਹੀਂ ਨਿਕਲੇਗਾ। ਤੇ ਅਸੀਂ ਹਮੇਸ਼ਾ ਇਸ ਤਰ੍ਹਾਂ ਹੀ ਸਟਾਰਟ ਕਰਦੇ ਹਾਂ that you are in a safe space to vent it out, to talk about what is actually happening in your life। Yes। मैं रमन जी एक I just want to go to the next stage of anxiety, depression, all these stage। ਅਸੀਂ ਬੜੇ ਐਗਜ਼ਾਮਪਲਸ ਇਸ ਤਰ੍ਹਾਂ ਸੋਸਾਇਟੀ 'ਚ ਦੇਖੇ that people who have gone into shell, they have been continuously going into facing depression, anxiety and lot of panic attacks also। ਹੁਣੇ ਰੀਸੈਂਟਲੀ ਇੰਡੀਆ ਦੇ ਵਿੱਚ ਇੱਕ ਕੇਸ ਹੋਇਆ ਸੀਗਾ, ਇੱਕ ਅਤੁਲ ਸੁਭਾਸ਼ ਕਰਕੇ, ਜਿਹੜੇ AI ਐਕਸਪਰਟ ਸੀਗੇ ਬੈਂਗਲੌਰ ਦੇ, he committed suicide। so I want to understand ਕਿ ਜੋ ਲੋਗ ਐਂਗਜ਼ਾਇਟੀ, ਡਿਪਰੈਸ਼ਨ ਔਰ ਇਸ ਸਟੇਜ ਕਰਕੇ ਸੁਸਾਈਡ ਕਮਿਟ ਕਰਦੇ ਨੇ, ਉਸ ਐਕਸਟੈਂਟ ਤੱਕ ਚਲੇ ਜਾਂਦੇ ਨੇ that they want to shell out their life actually। ਉਹ ਮਾਈਂਡ ਦੀ ਜਾਂ ਬ੍ਰੇਨ ਦੀ ਕਿਹੜੀ ਸਟੇਜ ਹੈ ਜਦੋਂ ਆਦਮੀ ਨੂੰ ਲੱਗਦਾ ਹੈ now it's the end of this the panic mode or this end of this mental maniac actually, ਕਿ ਮੈਂ it is better ਕਿ ਹੁਣ ਮੈਂ ਆਪਣੀ ਲਾਈਫ ਖਤਮ ਕਰ ਲਾਂ, ਮੇਰੇ ਤੋਂ ਹੁਣ ਡੀਲ ਹੀ ਨਹੀਂ ਹੋ ਰਿਹਾ। that is one thing ਕਿ ਉਹ ਕਿਹੜੀ ਸਟੇਜ ਤੱਕ ਆਦਮੀ ਜਾ ਕੇ thought, and how do you if you come across such people, because
ਆਫ ਕੋਰਸ ਤੁਹਾਡੇ ਕੋਲ ਇਸ ਤਰ੍ਹਾਂ ਦੇ ਲੋਕ ਆਉਂਦੇ ਹੋਣੇ ਜਿਹੜੇ ਸੁਸਾਈਡ ਟੈਂਡੈਂਸੀਜ਼ ਦੀ ਗੱਲ ਵੀ ਕਰਦੇ ਹੋਣਗੇ, then how do you deal with that person and how do you reverse this scenario and make them feel like that life is to live and life is to fulfill their ambitions? Right. So anyone ਜਿਹੜੇ ਵੀ ਲੋਕੀ suicidal ਹੁੰਦੇ ਨੇ ਉਹ ਇੱਕ nothing is worth it ਵਾਲੀ feeling ਦੇ ਵਿੱਚ ਹੁੰਦੇ ਨੇ, that it's of no use, nothing is of use, they are ਉਹ ਬਹੁਤ ਹੀ ਜ਼ਿਆਦਾ ਮਾਯੂਸੀ ਦੇ ਵਿੱਚ ਹੁੰਦੇ ਨੇ। ਤੇ ਜਿਹੜੇ ਲੋਕੀ ਸੁਸਾਈਡ ਕਰ ਲੈਂਦੇ ਨੇ ਉਹ ਇੱਕ ਕਹਿੰਦੇ ਨਾ millionth of a second ਦਾ ਇੱਕ fit of rage ਹੁੰਦਾ ਹੈ। It is that one ਉਸ time ਨੂੰ ਅਗਰ ਉਸ 2 3 5 ਸੈਕਿੰਡ ਨੂੰ ਅਗਰ ਅਸੀਂ ਕੋਈ ਇਨਸਾਨ ਉਸ ਚੀਜ਼ ਨੂੰ ਸੇਲ ਥਰੂ ਕਰ ਲੈਂਦਾ ਹੈ, ਉਸ ਚੀਜ਼ ਨੂੰ ਟੋਲਰੇਟ ਕਰ ਲੈਂਦਾ ਹੈ, ਤੇ ਉਹ ਇਨਸਾਨ ਕਦੀ ਵੀ ਸੁਸਾਈਡ ਨਹੀਂ ਕਰੇਗਾ। It is just that it's a momentary thing actually, 5-10 second ਦਾ ਜਿਹੜਾ ਉਹ ਹੁੰਦਾ ਹੈ। ਤੇ there was a research and a study, there is a bridge in the US somewhere, ਉਧਰੋਂ ਨਾ ਉਹ ਉਸਦੀ ਲੋਕੇਸ਼ਨ ਇਸ ਤਰ੍ਹਾਂ ਦੀ ਹੈਗੀ ਹੈ, ਹਾਈਟ ਇਸ ਤਰ੍ਹਾਂ ਦੀ ਹੈਗੀ, ਉਧਰੋਂ ਕਾਫੀ ਲੋਕ ਜੰਪ ਕਰਕੇ ਸੁਸਾਈਡ ਕਰਦੇ ਨੇ। ਤੇ ਹੁਣ obviously ਜਿਹਦੀ ਲਿਖੀ ਹੈ ਉਹ ਜਾਂਦਾ ਹੈ, ਜਿਹਦੀ ਨਹੀਂ ਲਿਖੀ ਔਰ ਵਾਹਿਗੁਰੂ ਜੀ ਮਰਜ਼ੀ ਦੇ ਬਿਨਾਂ ਪੱਤਾ ਵੀ ਨਹੀਂ ਹਿਲਦਾ। ਤੇ ਜਿਨ੍ਹਾਂ ਦੀ ਨਹੀਂ ਲਿਖੀ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਸੁਸਾਈਡ ਕਰਨ ਦੀ ਤੇ ਉਹ ਬਚ ਗਏ। ਉਹ ਪਤਾ ਕੀ ਕਹਿੰਦੇ ਨੇ, ਉਹ ਕਹਿੰਦੇ ਨੇ the moment I hit the water I told myself, oh my God, what I've done, God please save me, I don't want to die. No, so ਉਹ ਇੱਕ ਇੰਨੀ ਜ਼ਿਆਦਾ overpower ਹੋ ਜਾਂਦੀ ਹੈ ਮਾਯੂਸੀ, that it's not worth it, I am not good enough, I am not loved, I am not seen, I am not heard, I am not wanted, no one wants me, I am non-existent, I am a burden on this planet. ਉਹ ਵਾਲੀ feeling ਜਿਹੜੀ ਹੁੰਦੀ ਹੈ ਨਾ, ਉਹ ਇੱਕ ਸਭ ਤੋਂ ਜ਼ਿਆਦਾ ਪੀਕ ਤੇ ਹੁੰਦੀ ਹੈ when this happens. ਉਸ ਫੀਲਿੰਗ ਨੂੰ ਤੁਸੀਂ 10 ਸੈਕਿੰਡ ਦੇ ਵਾਸਤੇ ਅਗਰ ਤੁਸੀਂ ਕੰਟਰੋਲ ਕਰ ਲਓ, no one wants to commit suicide. Absolutely, because ending your life, I think it is the biggest thing, and you need matlab ਤੁਹਾਨੂੰ ਇਹ ਪਤਾ ਕਿ after this moment you will not be alive in this world. 84 ਲੱਖ ਯੋਨੀਆਂ ਦੇ ਸਪੀਸੀਜ਼ ਦੇ ਬਾਅਦ absolutely ਉਹਨਾਂ ਦੇ ਵਿੱਚੋਂ ਇੱਕ ਬਰਥ ਮਿਲਿਆ ਹੈ ਇਨਸਾਨ ਦਾ, ਤੇ ਉਹ ਵੀ ਸਾਨੂੰ ਇਹਨਾਂ ਦਿਮਾਗ ਮਿਲਿਆ ਹੈ, ਐਨੀ ਫੈਸਿਲਿਟੀਜ਼ ਮਿਲੀਆਂ ਨੇ, ਇਹਨਾਂ ਕੁਝ ਸਾਨੂੰ ਮਿਲਿਆ ਹੈ ਕਿ ਅਸੀਂ ਜਿਸ ਵੀ ਸਟ੍ਰੈਟਾ ਤੋਂ ਬਿਲੋਂਗ ਕਰਦੇ ਹਾਂ, we can double it, we can improve. Absolutely, ਅਸੀਂ ਕਿੰਨਾ ਕੁਝ ਕਰ ਸਕਦੇ ਹਾਂ। And when you come across such people with such kind of an immense negative tendency, so how do you reverse that? What kind of a technique you use? The same strategy, we begin with talking. Okay. And ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ right from the first session we begin with the therapeutic processes, rewiring processes. ਕਿਉਂਕਿ ਉਹਨਾਂ ਦਾ ਜਿਹੜਾ ਇਹ rewiring ਹੋ ਜਾਏਗੀ ਤੇ ਜਿਹੜੇ thoughts, ਜਿਹੜੇ circuit ਜੁੜੇ ਹੋਏ ਨੇ brain ਦੇ ਵਿੱਚ, ਜਿਹੜੇ ਇਸ ਚੀਜ਼ ਨੂੰ provoke ਕਰ ਰਹੇ ਨੇ, ਉਹ circuit ਹੀ dead ਹੋ ਜਾਣਗੇ। And there'll be new things that obviously results ਥੋੜੇ ਘੱਟ ਸਪੀਡ ਤੋਂ ਆਉਂਦੇ ਨੇ, but results begin, and ਉਹ ਜਿਹੜਾ ਇੱਕ 10 ਸੈਕਿੰਡ ਦਾ ਜਿਹੜਾ ਗੈਪ ਹੁੰਦਾ ਹੈ ਜਿਹਦੇ ਵਿੱਚ ਕੋਈ ਐਕਸ਼ਨ ਲੈ ਲੈਂਦਾ ਤੇ ਆਪਣੀ ਲਾਈਫ ਖਤਮ, ਅਸੀਂ ਉਸ ਨੂੰ ਬਹੁਤ ਹੀ ਚੰਗੀ ਤਰ੍ਹਾਂ ਬਚਾ ਸਕਦੇ ਹਾਂ। because this work, rewiring work is permanent, it is not just talking ਕਿ ਅੱਜ ਅਸੀਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ 5 ਮਿੰਟਾਂ 10 ਮਿੰਟਾਂ ਵਾਸਤੇ ਤੇ ਅੱਜ ਦਾ ਦਿਨ ਤੁਸੀਂ ਖੁਸ਼ ਰਹੋਗੇ, ਕੱਲ again you'll be suicidal. The rewiring processes are something permanent. It's a very deep, it's a very important thing, work at the cellular level. we'll say to you all the viewers, ਜੋ ਵੀ ਲੋਗ ਇਸ podcast ਨੂੰ ਦੇਖਣ, ਇਸ interview ਨੂੰ ਦੇਖਣ, it is very important to understand that life is precious and it cannot be replaced by it cannot be ended with any of the strong emotions. तो ਤੁਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜੀਵਨ। ਡਾਕਟਰ ਰਮਨਦੀਪ ਕੌਰ ਨੇ ਕਿਹਾ, whenever you feel, just go and consult any therapist, any life coach, Dr. Ramandeep Kaur, and whosoever is close to you, just talk to them and just express your heart out, so that ਤੁਸੀਂ ਜ਼ਿੰਦਗੀ ਦਾ ਸਭ ਤੋਂ ਵੱਡਾ ਨੈਗੇਟਿਵ ਕਦਮ ਕਦੀ ਵੀ ਨਾ ਚੱਕੋ। and we strongly condemn this attempt ਕਿ ਅਗਰ ਲਾਈਫ 'ਚ ਕੋਈ ਵੀ ਇਸ ਤਰ੍ਹਾਂ ਦੀ ਨੈਗੇਟਿਵ ਥਾਟ ਪ੍ਰੋਸੈਸ ਲੈਂਦਾ ਤਾਂ ਪਲੀਜ਼ ਡੂ ਨਾਟ ਥਿੰਕ ਦਿਸ ਐਕਸਟੈਂਟ ਤੱਕ ਤੁਸੀਂ ਨੈਗੇਟਿਵ ਨਾ ਜਾਓ। ਲਾਈਫ ਇੱਕੋ ਵਾਰ ਜ਼ਿੰਦਗੀ ਮਿਲੀ, ਔਰ ਜੋ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਵਾਹਿਗੁਰੂ ਜੀ ਦੀ ਮਿਹਰ ਹੈ, ਬਾਬਾ ਜੀ ਨੇ ਮਿਹਰ ਕਰਕੇ ਇੱਕ ਵਾਰ ਜ਼ਿੰਦਗੀ ਦਿੱਤੀ ਹੈ, ਤਾਂ ਆਪਣੀ ਜ਼ਿੰਦਗੀ ਨੂੰ, ਜੋ ਵੀ ਤੁਹਾਡੇ ਸੁਪਨੇ ਨੂੰ ਪੂਰੇ ਕਰਨ ਵਾਸਤੇ ਜਸਟ ਗਿਵ ਯੋਰ ਬੈਸਟ। ਸੋ ਵੀ ਵੁੱਡ ਅਰਜ all of you people ਕਿ ਜੋ ਵੀ ਆਦਮੀ ਕਦੀ ਵੀ ਜ਼ਿੰਦਗੀ 'ਚ ਇਸ ਤਰ੍ਹਾਂ ਦੇ ਫੇਸ ਚਾਹੇ ਤਾਂ ਪਲੀਜ਼ ਡੂ ਨਾਟ ਕਮਿਟ ਸੁਸਾਈਡ, ਡੂ ਨਾਟ ਐਂਡ ਡੋਂਟ ਇਵਨ ਥਿੰਕ ਅਬਾਊਟ ਇਟ। ਡਾਕਟਰ ਮਨਦੀਪ ਕੌਰ, ਆਈ ਵੁੱਡ ਆਸਕ ਵਨ ਮੋਰ ਥਿੰਗ ਕਿ ਅੱਜ ਦੇ ਟਾਈਮ 'ਚ ਤੁਹਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਨੇ, ਲੋਟ ਆਫ ਪੀਪਲ ਕਮ ਅਪ ਟੂ ਯੂ,
ਕਾਮਨ ਚੈਲੰਜਸ ਕਿਆ ਲੋਕ ਲੈ ਕੇ ਆਉਂਦੇ ਨੇ ਔਰ ਕਾਮਨ ਕਿਆ ਪ੍ਰੋਬਲਮ ਨੇ ਜੋ ਤੁਹਾਨੂੰ ਲੱਗਦਾ ਫ੍ਰੀਕੁਐਂਟਲੀ ਦ ਪੀਪਲ ਆਰ ਕਮਿੰਗ ਅਪ ਟੂ ਯੂ? Emotional. Okay, emotional breakdown. Everything starts from our thoughts, from our emotions, and because of ਜਿਹੜੇ emotion ਹੁੰਦੇ ਨੇ ਅਸੀਂ feel ਕਰਦੇ ਹਾਂ experiences ਦੇ ਕਰਕੇ, there is a certain experience and I felt anger, that ਉਹ ਜਿਹੜਾ ਗੁੱਸਾ ਹੈਗਾ, ਉਹ anger ਹੈਗਾ, ਉਹ ਮੇਰੇ nervous system ਦੇ ਵਿੱਚ register ਹੋ ਜਾਏਗਾ। ਹੁਣ ਉਹ register ਹੋ ਜਾਏਗਾ, next time ਉਸ ਤਰ੍ਹਾਂ ਦੀ ਕੋਈ ਵੀ similar situation ਆਏਗੀ, ਮੈਂ ਕੀ ਹੋਵਾਂਗੀ, I can't help it, I can't think consciously, ਜਿਸ ਤਰ੍ਹਾਂ ਕਹਿੰਦੇ ਨੇ ਨਾ pause for 2 minutes, and it doesn't happen, it's not practical, it's just a ਗਿਆਨ। Why? Because nervous system ਦੇ ਵਿੱਚ ਉਹ ਚੀਜ਼ ਉਸ ਤਰ੍ਹਾਂ register ਹੋਈ ਹੈ। I can't help it, even if I want to, I will get angry, ਤੇ ਉਹ nervous system ਨੂੰ rewire ਕਰਨਾ ਬੜਾ ਜ਼ਰੂਰੀ ਹੈਗਾ। ਤੇ ਅਸੀਂ ਜਦ ਉਹ ਵਰਕ ਕਰਦੇ ਨੇ ਤੇ ਉਹ it then, even if you're trying to get triggered, you don't get triggered because you're nervous. It's a scientific work. Absolutely, the nervous system is now rewired in a different way. ਤੇ ਤੁਹਾਡੇ actions, ਤੁਹਾਡੀਆਂ thoughts, ਤੁਹਾਡੇ words, ਤੁਹਾਡੇ emotions, how you express your emotions, ਤੁਹਾਨੂੰ ਗੁੱਸਾ ਚੜ ਰਿਹਾ, ਪਹਿਲੇ ਤੁਸੀਂ aggressive ਹੋ ਜਾਂਦੇ ਸੀ, ਹੁਣ rewiring ਦੇ ਬਾਅਦ ਤੁਸੀਂ ਗੱਲ ਕਰਕੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋ, ਜਾਂ ਤੁਸੀਂ communicate ਕਰਕੇ ਜਾਂ boundaries set ਕਰਕੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋ। In the first place, I want everyone to understand that ਇਹ ਜਿਹੜੇ ਸਾਰੇ ਇਮੋਸ਼ਨਸ ਹੈਗੇ ਸਾਡੇ, ਕੋਈ ਵੀ ਇਮੋਸ਼ਨ ਨੈਗੇਟਿਵ ਜਾਂ ਪੋਜ਼ਿਟਿਵ ਨਹੀਂ ਹੁੰਦਾ। ਹਰ ਇਮੋਸ਼ਨ ਇੱਕ ਇਮੋਸ਼ਨ ਹੀ ਹੁੰਦਾ ਹੈ, ਤੇ ਕੋਈ ਵੀ ਇਮੋਸ਼ਨ ਨੂੰ ਸਪਰੈਸ ਕਰਨ ਦੀ ਲੋੜ ਨਹੀਂ ਹੈਗੀ ਹੈ। what we need to do is we just need to feel the emotion, ਅਸੀਂ ਉਹਨੂੰ ਫੀਲ ਕਰਨਾ ਅੱਛੀ ਤਰ੍ਹਾਂ ਨਾਲ। ਅਸੀਂ ਸਪਰੈਸ ਕਰਦੇ ਹਾਂ ਤਦੀ ਤੇ ਉਹ ਇੱਕਦਮ ਵੋਲਕੈਨਿਕ ਇਰਪਸ਼ਨ ਹੁੰਦਾ ਹੈ। yes, very right। ਤੇ ਜਦੋਂ ਅਸੀਂ ਆਪਣੇ ਇਮੋਸ਼ਨ ਨੂੰ ਫੀਲ ਕਰਾਂਗੇ ਤੇ ਉਹਨੂੰ ਕਿਸ ਤਰ੍ਹਾਂ ਨਾਲ properly, productively, constructively ਅਸੀਂ express ਕਰਨਾ ਹੈ, ਸਾਨੂੰ ਉਹ ਵੀ ਜਾਂਚ ਆ ਜਾਏਗੀ। ਉਹ ਵੀ ਜਾਂਚ ਆ ਜਾਏਗੀ, ਬਿਲਕੁਲ। ਤੁਸੀਂ very rightly ਡਾਕਟਰ ਅਮਨਦੀਪ ਕੌਰ, you said ਕਿ people learn to, ਅਗਰ ਅਸੀਂ express ਨਹੀਂ ਕਰਦੇ ਨਾ, so that keeps on internally ਉਹ keeps on rising actually, or absolutely sooner or later it will erupt like an volcano। so yeah, and ਉਹ eruption ਕੀ ਹੁੰਦੀ ਹੈ? For example, cancer, it's a combination of anger, guilt and resentment held over a long period of time। backache, slip disc, it's anger, it's fear of the future, knees, ਅੱਜਕੱਲ ਕਿੰਨੀਆਂ ਲੇਡੀਜ਼ ਹੈਗੀਆਂ ਨੇ ਇੱਕ particular age ਦੇ ਵਿੱਚ ਆ ਕੇ ਉਹਨਾਂ ਦੇ ਗੋਡੇ ਬਦਲੇ ਜਾਂਦੇ ਨੇ। that is ego, so every thought, every emotion, it has a reaction, it has a reaction in your body actually। ਬਿਲਕੁਲ ਜੀ, ਬਿਲਕੁਲ, very true। ਰਮਨਦੀਪ ਕੌਰ, ਤੁਹਾਡੇ ਕੋਲ ਅੱਜਕੱਲ ਕਪਲਸ ਦੇ ਕੇਸਿਸ ਵੀ ਬਹੁਤ ਆ ਰਹੇ ਨੇ। we get to know, get to see there are a lot of differences coming into the couples and all that, and they are fighting for many things actually। ਤਾਂ ਤੁਹਾਡੇ ਕੋਲ ਜਿਹੜੇ couples ਦੇ cases ਆਉਂਦੇ ਨੇ, what kind of a people, what kind of a couples do come up to you? ਉਹਨਾਂ ਦੀ normally ਕਿਆ queries ਜਾਂ ਕਿਆ concern ਹੁੰਦੇ ਨੇ when as a couple they come up to you? As a for couple coaching ਦੇ ਵਾਸਤੇ ਜਿਹੜੇ ਆਉਂਦੇ ਨੇ, ਉਹਨਾਂ ਦਾ at the root ਮੈਂ ਗੱਲ ਕਰਦੀ ਹਾਂ, ਕਿਉਂਕਿ ਸਰਫੇਸ ਲੈਵਲ ਤੇ ਕਿਸੇ ਦੀ ਮਦਰ ਇਨ ਲਾਅ ਦੇ ਨਾਲ ਨਹੀਂ ਬਣਦੀ, ਕਿਸੇ ਦੀ ਹਸਬੈਂਡ ਦੇ ਨਾਲ ਨਹੀਂ, ਕੋਈ ਹਸਬੈਂਡ ਅਲਕੋਹਲਿਕ ਹੋ ਗਿਆ, ਕਿਸੇ ਵਾਈਫ ਨੂੰ ਕੰਮ ਕਰਨਾ ਪਸੰਦ ਨਹੀਂ, there are a lot of issues, but at the root issue ਹੁੰਦਾ ਹੈ ਕਿ communication ਤੇ comprehension ਉਹ ਨਹੀਂ ਹੋ ਪਾ ਰਿਹਾ। ਉਹ ਠੀਕ ਤਰ੍ਹਾਂ two most important things for a relationship, comprehension, communication ਤੇ ਉਹਦਾ comprehension। ਮੈਂ ਕੋਈ ਗੱਲ ਤੁਹਾਡੇ ਨਾਲ ਕਰ ਰਹੀ ਹਾਂ, ਮੈਂ ਕੋਈ ਗੱਲ ਤੁਹਾਨੂੰ ਸਮਝਾਉਣਾ ਚਾਹ ਰਹੀ ਹਾਂ, ਤੇ ਮੈਂ ਤੇ ਸਮਝਾ ਰਹੀ ਹਾਂ ਆਪਣੇ ਵਰਡਸ ਵਿੱਚ, ਪਰ ਤੁਸੀਂ ਸਮਝ ਨਹੀਂ ਪਾ ਰਹੇ ਹੋ। comprehension also is very important। so this is what is creating all these problems। so what we do is for couples coaching, we ਅਸੀਂ ਜਿਹੜੇ ਕਪਲ ਆਉਂਦੇ ਨੇ ਉਹਨਾਂ ਨੂੰ ਫਰਸਟ ਐਂਡ ਫੋਰਮੋਸਟ ਵੈਂਟ ਆਊਟ ਹੁੰਦਾ ਹੈ, ਤੇ ਨਾਲ ਕਮਿਊਨੀਕੇਸ਼ਨ ਕਿਸ ਤਰ੍ਹਾਂ ਕਰਨਾ ਹੈ, ਕਿਸ ਤਰ੍ਹਾਂ ਕੰਪਰੀਹੈਂਡ ਕਰਨਾ ਹੈ, ਤੇ ਆਲਸੋ there is something called family dynamics। now what is it that ਸਾਡੀ ਕੰਡੀਸ਼ਨਿੰਗ ਹਰ ਕਲਚਰ ਦੀ ਅਲੱਗ-ਅਲੱਗ ਹੁੰਦੀ ਹੈ। we see a lot of reels on Instagram also, white people, African people, brown people, yellow people, ਉਹਨਾਂ ਦਾ ਕਲਚਰ ਇਸ ਤਰ੍ਹਾਂ ਦਾ ਤੇ ਕਲਚਰ ਹੁੰਦਾ ਹੈ। ਬਟ ਅੱਜਕੱਲ ਕੀ ਹੋ ਰਿਹਾ ਹੈ ਕਿ that culture ਜਿਹੜਾ ਉਸ ਟਾਈਮ ਦੇ ਵਿੱਚ ਹੈਗਾ ਸੀ, ਉਹ ਉਸ ਟਾਈਮ ਦੇ ਵਿੱਚ ਇਫੈਕਟਿਵ ਹੈਗਾ ਸੀ। ਹੁਣ ਅਸੀਂ
50 ਸਾਲ ਪਹਿਲੇ ਜਿਹੜਾ ਕਲਚਰ ਹੈਗਾ ਸੀ, ਜਿਹੜਾ ਫੈਮਿਲੀ ਡਾਇਨਾਮਿਕਸ ਹੈ, ਉਹ ਅੱਜ ਨਹੀਂ ਵਰਕ ਕਰਦੇ। ਅੱਜ ਟਾਈਮ ਬਦਲ ਰਿਹਾ ਤੇ ਸਾਨੂੰ ਵੀ ਟਾਈਮ ਦੇ ਨਾਲ ਬਦਲਣਾ ਚਾਹੀਦਾ ਹੈ। ਯੈਸ। ਤੇ ਫੈਮਿਲੀ ਡਾਇਨਾਮਿਕਸ ਜਿਹੜੇ ਹੈਗੇ ਉਹ ਅਸੀਂ ਹੈਲਪ ਕਰਦੇ ਹਾਂ ਕਪਲਸ ਨੂੰ ਪ੍ਰੋਪਰਲੀ ਅੰਡਰਸਟੈਂਡ ਕਰਨ ਦੇ ਵਿੱਚ। ਪਲੱਸ ਕੋਈ ਪੱਥਰ ਦੀ ਲਕੀਰ ਨਹੀਂ ਹੁੰਦੀ ਹੈ ਕਿ ਇਹੀ ਉਹ ਫੈਮਿਲੀ ਡਾਇਨਾਮਿਕਸ ਹੈ ਤੇ ਤੁਸੀਂ ਇਹਨੂੰ ਹੀ ਅਪਲਾਈ ਕਰਨਾ ਹੈ। ਤੁਸੀਂ ਮਾਪਿਓ ਨੂੰ ਬਾਹਰ ਸੁੱਟ ਦਿਓ ਤੇ ਤੁਸੀਂ ਆਪਣੇ ਭਰਾ ਦੇ ਨਾਲ ਵੀ ਲੜਾਈ ਕਰ ਲਓ ਤੇ ਤੁਸੀਂ ਭਾਈ ਤੁਹਾਡਾ ਰਿਸ਼ਤਾ ਚੱਲੇ। ਹਾਂ, ਇਸ ਤਰ੍ਹਾਂ ਨਹੀਂ ਹੁੰਦਾ। According to whatever is the best possible solution, we find out a way and we create this family dynamics. Ajkal, Dr. Ramandeep Kaur, we come across one phrase, one word also, breakthrough coaching. Yes. It is being used very frequently and we come across this word also. So, I want to understand what is breakthrough coaching, ki agar koi aadmi ya life che apni stuck hai. So, how this can help, to, ki agge vadhan che kis tarah help kar sakta hai this? So breakthrough coaching is that one, going through a process, is that one lightning in the head answer that you get. And ਤੁਸੀਂ transition ਦੇ ਵਿੱਚ ਹੈਗੇ ਹੋ, ਤੁਸੀਂ ਆਪਣਾ ਕੋਈ you have exited one relationship and ਤੁਸੀਂ ਹੁਣ ਆਪਣੇ ਆਪ ਨੂੰ heal ਕਰ ਰਹੇ ਹੋ, you're dealing with the trauma, that thing. I'm not saying that anyone is good, bad, right, wrong, or any person is good, bad, right, wrong, but there is always, some trauma. ਤੁਸੀਂ ਗੱਡੀ ਚਲਾਉਂਦੇ ਹੋ, ਇੱਕ ਕੋਈ ਅੱਗੋਂ ਵੀ ਨਿਕਲ ਜਾਂਦਾ ਹੈ ਤੇ ਇੱਕਦਮ ਝਟਕਾ ਲੱਗਦਾ ਹੈ, that is also trauma. Yes. So ਉਸ trauma ਦੇ ਨਾਲ ਡੀਲ ਕਰ ਰਹੇ ਹੋ ਤੁਸੀਂ ਤੇ you are in a transition phase. ਤੇ ਕੋਈ ਤੁਸੀਂ job ਛੱਡਣੀ ਹੈ ਤਾਂ you want to be an entrepreneur or you have a better opportunity, you feel that ਮੇਰਾ potential ਇੱਥੇ ਪੂਰਾ realize ਨਹੀਂ ਹੋ ਰਿਹਾ, ਮੈਂ ਅੱਗੇ ਕਿਧਰੇ ਜਾਵਾਂ, grow ਕਰਾਂ ਲਾਈਫ ਦੇ ਵਿੱਚ। ਤੇ ਇੱਕ ਫੇਜ਼ ਆਉਂਦਾ ਜਦੋਂ ਤੁਸੀਂ transition ਦੇ ਵਿੱਚ ਹੁੰਦੇ ਹੋ ਤੇ ਇਹ ਇਮੋਸ਼ਨਸ ਦੇ ਵਿੱਚ ਵੀ ਆ ਸਕਦਾ ਹੈ, ਇਹ ਹੈਲਥ ਦੇ ਵਿੱਚ ਵੀ ਆ ਸਕਦਾ ਹੈ, ਇਹ ਪ੍ਰੋਪਰ ਇੱਕ ਫਿਜ਼ੀਕਲ ਟ੍ਰਾਂਜੀਸ਼ਨ ਵੀ ਆ ਸਕਦਾ ਹੈ। ਡਾਕਟਰ ਰਮਨਦੀਪ ਕੌਰ, ਇੱਕ ਹੋਰ ਸਵਾਲ ਫ੍ਰੀਕੁਐਂਟਲੀ ਕਮ ਅਕ੍ਰੋਸ ਕਿ ਬਹੁਤ ਸੇ ਲੋਕਾਂ ਨੂੰ ਅਸੀਂ ਵੀ ਹੈਵ ਸੀਨ ਸਮ ਕਾਈਂਡ ਆਫ ਫੋਬੀਆ ਹੁੰਦਾ ਹੈ। ਵੀ ਹੈਵ ਸੀਨ ਕਿ ਕੋਈ ਆਦਮੀ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਕੈਨੋਟ ਐਂਟਰ ਇਨਟੂ ਸਵਿਮਿੰਗ ਪੂਲ, ਉਹਨੂੰ ਪਾਣੀ ਦਾ ਫੋਬੀਆ ਹੈ। ਕੋਈ ਆਦਮੀ ਐਸਾ ਹੋਏਗਾ ਅਗਰ ਉਹ ਟੌਪ ਫਲੋਰ ਤੇ ਚਲਾ ਜਾਏਗਾ ਆਪਣੇ ਘਰ ਦੇ ਤਾਂ ਹੀ ਸਟਾਰਟ ਸ਼ਿਵਰਿੰਗ ਕਿ ਉਹਨੂੰ ਇਸ ਤਰ੍ਹਾਂ ਦਾ ਫੋਬੀਆ। ਐਂਡ ਸਮ ਪੀਪਲ ਹੈਵ ਕਿ ਅਗਰ ਕਿਸੇ ਦੇ ਘਰ ਡੌਗ ਹੈ ਤਾਂ ਕਹਿੰਦੇ ਨਹੀਂ ਪਹਿਲੇ ਡੌਗ ਤਾਂ ਤੁਸੀਂ ਬਾਹਰ ਹੀ ਕੱਢੋ ਜੀ, ਮੈਂ ਤਾਂ ਹੀ ਅੰਦਰ ਘੁਸਾਂਗਾ, ਮੈਨੂੰ ਫੋਬੀਆ ਹੁੰਦਾ। ਸੋ ਇਹ ਜਿਹੜਾ ਫੋਬੀਆ ਹੈ ਇਹ ਕਿਉਂਕਿ ਉਹਨਾਂ ਦੀ ਨਾ ਪਰਸਿਸਟੈਂਟ ਨੇਚਰ ਬਣ ਜਾਂਦੀ ਹੈ। ਔਰ ਮੈਨੂੰ ਲੱਗਦਾ ਕਿਉਂਕਿ ਪਰਸਿਸਟੈਂਟ ਨੇਚਰ ਹੈ ਤਾਂ ਇਜ਼ ਇਟ ਈਜ਼ੀ ਔਰ ਇਟ ਇਜ਼ ਵੈਰੀ ਟਫ ਐਕਚੁਅਲੀ ਕਿ ਇੱਕ ਆਦਮੀ ਨੂੰ ਫੋਬੀਆ ਤੋਂ ਬਾਹਰ ਲੈ ਕੇ ਆਣਾ ਔਰ ਉਹਦੀ ਉਸ ਨੇਚਰ ਨੂੰ ਰਿਵਰਸ ਕਰਨਾ ਜਾਂ ਚੇਂਜ ਕਰਨਾ? No, it's not tough at all. ਇਹ ਬੜਾ ਹੀ ਸਿੰਪਲ ਪ੍ਰੋਸੈਸ ਹੁੰਦਾ ਹੈ which is called hypnosis. We use hypnosis. Okay. To help people who are dealing with phobias. Okay. ਕਈ ਵਾਰ ਹੁੰਦਾ ਹੈ ਕਿ ਬਚਪਨ ਦੇ ਵਿੱਚ ਜਦੋਂ ਨਿਆਣੇ ਹੁੰਦੇ ਨੇ ਤੇ ਉਸ ਟਾਈਮ ਤੇ ਕੋਈ ਨਾ ਕੋਈ ਐਕਸਪੀਰੀਅੰਸ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਇੱਕ ਬੈਕ ਆਫ ਦਾ ਮਾਈਂਡ ਉਹਨਾਂ ਦੇ, ਹਾਂਜੀ, ਇੱਕ ਉਹਨਾਂ ਦੇ ਨਰਵਸ ਸਿਸਟਮ ਦੇ ਵਿੱਚ ਇਸ ਤਰ੍ਹਾਂ ਦਾ ਰਜਿਸਟਰ ਹੋ ਜਾਂਦਾ ਹੈ ਤੇ ਉਹ ਫੋਬੀਆ ਕਈ ਵਾਰ ਹੁੰਦਾ ਹੈ ਪਾਸਟ ਲਾਈਵਸ ਤੋਂ ਵੀ ਜਾਂ ਵੂਮ ਤੋਂ ਵੀ ਕੈਰੀ ਕਰ ਰਹੇ ਹੁੰਦੇ ਨੇ ਲੋਕੀ ਇਸ ਚੀਜ਼ ਨੂੰ। ਤੇ ਐਜ਼ ਅ ਪਾਸਟ ਲਾਈਫ ਰਿਗਰੈਸ਼ਨ ਥੈਰੇਪਿਸਟ ਮੈਂ ਪਾਸਟ ਲਾਈਫ ਦੇ ਵਿੱਚ ਵੀ ਲੈ ਕੇ ਜਾਂਦੀ ਹਾਂ। ਫੋਬੀਆ ਦੇ ਕੇਸ ਵਿੱਚ ਸਾਨੂੰ ਇਹ ਜ਼ਰੂਰ ਹੈਲਪ ਮਿਲਦੀ ਹੈ ਕਿ if something is not coming from the past life also. ਸੋ ਪ੍ਰੋਸੈਸ ਦੇ ਵਿੱਚ ਆਨਸਰਸ ਮਿਲਦੇ ਨੇ, ਕਈ ਚੀਜ਼ਾਂ ਉਹ ਐਕਸਪੀਰੀਅੰਸ ਕਰਦੇ ਨੇ ਜਿਹੜੇ ਰਿਸੀਵ ਕਰੇ ਹੁੰਦੇ ਨੇ ਪ੍ਰੋਸੈਸ, ਤੇ ਕਈ ਆਨਸਰ ਮਿਲਦੇ ਨੇ ਤੇ ਇਟ ਬਿਕਮਸ ਈਜ਼ੀਅਰ ਫॉर them to understand why they have this phobia. ਤੇ with the help of hypnosis, it's a very simple process and very 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 powerful and effective process. ਅਸੀਂ ਉਹ process ਨੂੰ use ਕਰਕੇ, so hypnosis is the way technique you use for people to come out of that phobia feeling or something of that sort? Yes, hypnosis can be used for a lot of other reasons also. Okay. For people who have a bad relationship with money, relationship issues also, even for diseases. Mostly ਜਿਹਨੇ diseases ਹੁੰਦੇ ਨੇ ਉਹ psychosomatic ਹੁੰਦੇ ਨੇ, emotional ਵੀ ਹੁੰਦੇ ਨੇ, ਤੇ ਉੱਥੇ hypnosis ਦੀ ਕਾਫੀ ਹੈਲਪ ਹੁੰਦੀ ਹੈ। ਤੇ ਜਿਹਨੇ ਰਿਲੇਸ਼ਨਸ਼ਿਪ ਹੁੰਦੇ ਨੇ, ਰਿਲੇਸ਼ਨਸ਼ਿਪ ਕਾਰਮਿਕ ਹੁੰਦੇ ਨੇ, ਤੇ ਉਹਦੇ ਵਿੱਚ ਵੀ hypnosis ਦੀ ਕਾਫੀ ਅਸੀਂ ਹੈਲਪ ਲੈਂਦੇ ਹਾਂ। hypnosis ਦੇ ਥਰੂ ਅਸੀਂ ਪ੍ਰੋਸੈਸ ਨੂੰ ਸਟਾਰਟ ਕਰਦੇ ਹਾਂ ਤੇ ਉਸ ਦੇ ਬਾਅਦ whatever is required that follows through. I want to know, for our viewers also, because ਤੁਹਾਡੇ ਕੋਲ lot of people, lot of clients come up to you, patients come up to you, for healing and all that. मतलब कोई ऐसी केस स्टोरी जो तुसी शेयर कर सको without taking the name of those people or a couple
ਜੋ ਤੁਹਾਨੂੰ ਲੱਗਦਾ when those people ਜਾਂ ਇੰਡੀਵਿਜੂਅਲ ਕੋਈ ਤੁਹਾਡੇ ਕੋਲ ਆਇਆ, he was in a state of very bad state of mind, and you address that case, and ਉਹ ਕਿਸ ਤਰ੍ਹਾਂ ਤੁਸੀਂ ਕੋਈ ਰੀਅਲ ਕੇਸ ਸਟੱਡੀ ਤੁਸੀਂ ਸ਼ੇਅਰ ਕਰ ਸਕੋ ਕਿ ਜਿਸ ਤਰ੍ਹਾਂ you healed that person to come out of that phase? There is a story every day. But Magic happens every day. Absolutely. And ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਮੈਂ ਕਿਸੇ ਨੂੰ ਹੀਲ ਨਹੀਂ ਕਰਦੀ, ਮੈਂ ਕਿਸੇ ਨੂੰ ਕੁਝ ਨਹੀਂ, I'm just a catalyst, I'm just a medium. People heal themselves, people treat themselves, people coach themselves. ਸਾਡਾ ਕੰਮ ਸਿਰਫ ਇੱਕ mediator ਦਾ ਹੈਗਾ. But you just guide them, you just light them only, you show them the path actually. Yes, and एक surgeon भी अगर physical level पे भी एक surgery करता पिया, तो what my job is actually basically surgery of the mind, not the brain. Yes, surgery of the mind. Yes. Yeah, right. मेरे तो उधर जो तारा जुड़ी हुई है ना, के अंदर कुछ चल रहा है अंदर. ते जिस तरह surgeon भी surgery ते कर देता है, medicines भी दे देती है, anesthesia भी दे देता, surgery भी कर देती, but उसके बाद ਜਿਹੜੀ healing होनी है ना, वो सानू खुद ਨੂੰ ਹੀ ਕਰਨੀ ਹੈ. our body heals itself, it's a self sustaining entity. ਤੇ ਇਸ ਤਰ੍ਹਾਂ ਕਈ experiences ਹੈਗੇ, ਜਿਸ ਤਰ੍ਹਾਂ ਇੱਕ gentleman ਮੇਰੇ ਕੋਲ ਆਏ ਸੀ ਕੁਝ ਸਾਲ ਪਹਿਲੇ, ਤੇ he was into substance abuse and very badly into substance abuse, and apparently ਇਹ ਜਿਹੜਾ substance abuse ਹੁੰਦਾ ਹੈ, this is a dependency, this is an escape zone, escape mode. ਤੁਸੀਂ ਲਾਈਫ ਨੂੰ ਫੇਸ ਨਹੀਂ ਕਰਨਾ ਚਾਹੁੰਦੇ, ਆਪਣੇ ਇਮੋਸ਼ਨਸ ਨੂੰ ਫੇਸ ਨਹੀਂ ਕਰਨਾ ਚਾਹੁੰਦੇ, ਤੇ ਤੁਸੀਂ ਕੋਈ ਨਾ ਕੋਈ ਐਡਿਕਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਗਿਵ ਇਨ ਕਰਦੇ ਹੋ. it makes you feel better, it makes you feel alive, it makes you feel that you are ਤੁਸੀਂ ਇੱਕ ਟ੍ਰਾਂਸ ਦੇ ਵਿੱਚ ਹੁੰਦੇ ਹੋ, that I am loved, I am wanted, all the emotions you want to feel, ਤੇ ਉਹ ਫੀਲ ਹੁੰਦੇ ਨੇ. but at the end of the day eventually it has adverse effects and repercussions ਜਿਹੜੀਆਂ ਕਿ ਬਹੁਤ ਹੀ ਖਰਾਬ ਕਰਦੀਆਂ ਨੇ, ਜਿਹੜੀ ਇੱਕ ਰਿਐਲਿਟੀ ਦੇ ਵਿੱਚ ਉਹ ਲਾਈਫ ਨੂੰ ਸ਼ੈਟਰ ਹੀ ਕਰਦੀ ਹੈ. ਤੇ ਇਹ ਜੈਂਟਲਮੈਨ ਜਿਹੜੇ ਹੈਗੇ ਸੀ, ਇਹ ਆਏ ਤੇ ਇਹਨਾਂ ਦੀ ਅਸੀਂ ਕੋਚਿੰਗ ਸਟਾਰਟ ਕੀਤੀ with obviously asking the right questions at the right time. And my coaching enrollment is of 10 sessions. And by the time he was doing his third session, I remember he got his wife in the car and his little girl in the car, and he asked me ਕਿ ਤੁਸੀਂ ਵੀ ਗੱਡੀ ਦੇ ਵਿੱਚ ਬੈਠੋ. ਮੈਂ ਕਿਹਾ ਕੀ ਹੋ ਗਿਆ, ਤੇ ਨਹੀਂ ਤੁਸੀਂ ਬੈਠੋ. ਤੇ ਗੱਡੀ ਵਿੱਚ ਬੈਠੇ, ਤੇ ਉਹ ਮੈਨੂੰ ਆਪਣਾ ਉਹਨਾਂ ਦਾ ਕੋਈ ਬਿਜ਼ਨਸ ਹੈਗਾ ਸੀ, ਉਹ ਮੈਨੂੰ ਦਿਖਾਣ ਲੈ ਕੇ ਗਏ, ਤੇ ਵਾਈਫ ਵੀ ਨਾਲ ਹੈਗੀ ਸੀ, ਬੱਚਾ ਵੀ ਨਾਲ ਹੈਗਾ ਸੀ. ਤੇ ਵਾਪਸ ਜਦੋਂ ਆਏ ਅਸੀਂ ਮੇਰੇ ਆਫਿਸ ਦੇ ਵਿੱਚ ਆਏ, ਹੋਮ ਸਟੂਡੀਓ ਦੇ ਵਿੱਚ ਆਏ, ਤੇ ਗੱਡੀ ਵਿੱਚ ਬੈਠੇ ਬੈਠੇ ਉਹਨਾਂ ਨੇ ਆਪਣੀ ਵਾਈਫ ਦੀ ਤਰਫ ਦੇਖ ਕੇ ਕਿਹਾ that today is the last day that I took this particular substance. And that was the third session. Third session to hi ਉਹਨਾਂ ਨੇ ਉਹ ਛੋੜ ਦਿੱਤਾ. Obviously after, so what happens is, see, ਇੱਕ substance abuse ਤੋਂ ਜਦੋਂ ਨਿਕਲਣੇ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤੇ it's not easy. You get on, you need that A ਤੋਂ ਬਾਅਦ B ਆਂਦਾ ਹੈ, B ਤੋਂ ਬਾਅਦ C ਆਂਦਾ ਹੈ, A ਤੋਂ ਬਾਅਦ Z ਨਹੀਂ ਆ ਸਕਦਾ. Very true. It is a step by step process. From there, from dropping that substance, he started with ਉਹਨਾਂ ਨੇ ਥੋੜਾ cigarettes ਵਗੈਰਾ, smoking ਵਗੈਰਾ. Today in this date he's not even smoking, no substance abuse, and it's been quite a while. It's been around 4 years, I guess, that he's all clear, and doing a lot of good things now, given his profession also, and ਬਾਕੀ ਸਾਰੀਆਂ ਚੀਜ਼ਾਂ ਵੀ. ਤੇ ਇਸ ਤਰ੍ਹਾਂ ਦੇ ਕਈ ਕੇਸਿਸ ਆਉਂਦੇ ਨੇ ਮੇਰੇ ਕੋਲ. ਇਸ ਤਰ੍ਹਾਂ ਵੀ ਇੱਕ ਹੈਗੇ ਚੰਡੀਗੜ੍ਹ ਦੇ ਵਿੱਚ ਹੈਗੇ, ਇੱਕ ਫੀਮੇਲ ਹੈਗੇ, ਉਹਨਾਂ ਨੇ ਸ਼ੀ ਵਾਂਟਡ, ਉਹਨਾਂ ਦੇ ਇੱਕ ਅਤੇ ਕੈਨਾਈਨ ਹੈਗਾ ਸੀ, ਤੇ ਉਹ ਕੈਨਾਈਨ ਜਿਹੜਾ ਹੈਗਾ ਸੀ, ਉਹ ਬਾਹਰ ਵਾਲਾ ਜਿਹੜਾ ਹੈਗਾ ਸੀ, ਉਹ ਸ਼ੇਪ ਅੱਛੀ ਨਹੀਂ ਸੀ, ਉਹ ਤੰਗ ਕਰਦਾ ਸੀ, ਤੇ ਜਿਹੜਾ ਪ੍ਰੋਪਰ ਸ਼ੇਪ ਵਾਲਾ ਕੈਨਾਈਨ ਹੈਗਾ ਸੀ, ਉਹ ਗਰੋ ਹੀ ਨਹੀਂ ਕਰ ਪਾਇਆ.
ਤੇ she took certain healing sessions from me and she went to a doctor ਤੇ doctor she must be 41 42 that time ਤੇ ਹੁਣ ਚੰਡੀਗੜ੍ਹ ਮਾਈਂਡਸੈਟ ਕਿਸ ਤਰ੍ਹਾਂ ਹੁੰਦਾ ਹੈ ਡਾਕਟਰ ਡੈਂਟਿਸਟ ਜਿਹੜੇ ਹੈਗੇ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਹੁਣ ਇਸ ਏਜ ਦੇ ਵਿੱਚ ਆ ਕੇ ਤੁਹਾਨੂੰ ਐਸਥੈਟਿਕਸ ਦੀ ਕੀ ਪਰਵਾਹ ਹੈ ਕਿ ਕੋਈ ਗੱਲ ਨਹੀਂ ਤੁਸੀਂ ਇਹਨੂੰ ਚੱਲਣ ਦਿਓ ਤੇ this is how this is a very sheer example of ਸਾਡੇ experiences ਕਿਸ ਤਰ੍ਹਾਂ ਬਣਦੇ ਨੇ how we start hating ourselves, how we lack self-love, how people tell us, this is an information that we are getting. अब ये उम्र हो गई है, हुन की लोड हैगी है, you are already well settled, married and all that, kids you have. So there is a lot of information ਜਿਹੜੀ ਬਾਹਰੋਂ ਆ ਰਹੀ ਹੈ, but we, when we are on that path, ਅਸੀਂ coaching ਲੈ ਰਹੇ ਹਾਂ, ਅਸੀਂ, ਆਪਣੇ ਆਪ ਨੂੰ improve ਕਰਨ ਦੀ path ਤੇ ਚੱਲ ਰਹੇ ਹਾਂ, ਤੇ ਅਸੀਂ ਇਹ ਜਿਹੜਾ ਹੈ ਨਾ ਆਊਟਸਾਈਡ ਨੋਇਜ਼ ਹੈ ਇਹ chaos ਹੈ ਇਹਨੂੰ ਬੰਦ ਕਰ ਦਿੰਦੇ ਆ ਤੇ ਉਸ ਫੀਮੇਲ ਨੇ ਵੀ ਇਹੀ ਕੀਤਾ and she told the doctor it's none of your business ਮੈਂ ਇਹ ਕਰਾਣਾ ਹੈ ਤੇ ਮੈਂ ਇਹ ਕਰਾਣਾ ਹੈ ਤੁਸੀਂ ਕਰੋ you tell me what your skill is ਹਾਂ ਬਿਲਕੁਲ and side by side ਉਹ ਮੇਰੇ ਕੋਲ ਆਂਦੇ ਰਹੇ ਤੇ ਉਹ ਮੇਰੇ ਕੋਲੋਂ healing sessions this process is called quantum energy facelift okay ਇਹ process ਉਹ ਲੈਂਦੇ ਰਹੇ ਤੇ ਉਹਨਾਂ ਨੇ ਆਪਣਾ ਪੂਰਾ ਟ੍ਰੀਟਮੈਂਟ ਕਰਾਇਆ ਐਂਡ ਉਹਨਾਂ ਦਾ ਜਿਹੜਾ ਕੈਨਾਈਨ ਹੈਗਾ ਉਹ ਇਟ ਕੇਮ ਆਊਟ ਐਂਡ ਉਹਨਾਂ ਨੇ ਅਲਾਈਨਰਸ ਲਗਾਏ ਉਸ ਤੋਂ ਬਾਅਦ ਐਂਡ ਟੁਡੇ ਸ਼ੀ ਇਜ਼ ਵੈਰੀ ਹੈਪੀ ਵਿਦ ਦ ਰਿਜ਼ਲਟਸ ਸੋ that faith absolutely in herself yes made science also given absolutely yes the doctor said ki ਇਹ possible ਨਹੀਂ ਹੈਗਾ ਮਤ ਕਰੋ ਨਾ ਕਰੋ ਮਤਲਬ he tried to avoid that ਕਿ ਇਹ ਕਰਾਣੀ ਨਾ yes ਤੇ ਉਹਨਾਂ ਨੇ ਉਹ ਜੋ ਠਾਨੀ ਤੇ ਉਹ with the help of energies with the help of healing with the help of her belief ਉਹਨਾਂ ਦਾ ਜਿਹੜਾ ਵਿਸ਼ਵਾਸ ਹੈਗਾ ਸੀ ਆਪਣੇ ਉੱਤੇ ਤੇ ਮੈਨੂੰ ਇਹ ਮੇਰਾ ਇਹ ਗੋਲ ਹੈਗਾ ਮੈਂ ਇਸ ਨੂੰ ਸਮੈਸ਼ ਕਰਨਾ ਹੀ ਕਰਨਾ ਹੈ ਅਚੀਵ ਕਰਨਾ ਹੀ ਕਰਨਾ ਹੈ ਸਭ ਤੋਂ ਇੰਪੋਰਟੈਂਟ ਇਹ ਚੀਜ਼ ਹੈ ਕਿ if you feel you want to do something and if you find somebody like as a life coach she was fortunate to find you and have your advice ਤਾਂ ਤੁਸੀਂ ਉਹਨਾਂ ਨੂੰ ਬਿਲੀਫ ਸਿਸਟਮ ਵੀ ਦਿੱਤਾ ਔਰ ਨਾਲ ਇਹ ਵੀ ਦਿੱਤਾ that you must do it and you get it done only and that through the right way actually you get it done ਬਿਲਕੁਲ ਜੀ ਬਿਲਕੁਲ yeah so that was very actually very much essential for her otherwise ਉਸ ਟਾਈਮ ਅਗਰ ਉਹਨਾਂ ਨੂੰ ਕੋਈ ਐਸਾ ਬੰਦਾ ਮਿਲਿਆ ਹੁੰਦਾ ਜਿਹੜਾ ਕੋਈ ਪ੍ਰੋਪਰਲੀ ਗਾਈਡ ਨਾ ਕਰਦਾ ਜਾਂ ਉਹਨਾਂ ਨੂੰ ਮਿਸ ਇਨਫੋਰਮੇਸ਼ਨ ਜਾਂ ਰੋਂਗ ਇਨਫੋਰਮੇਸ਼ਨ ਦੇ ਦਿੰਦਾ she would have backed up also ਹਾਂਜੀ ਬਿਲਕੁਲ ਉਹ ਫਿਰ ਉਹੀ ਸੋਚਦੇ ਨਾ ਕੀ ਲੋੜ ਹੈ ਹਾਂ ਉਹ ਤੇ ਹੋਰ ਉਹ ਕੌਨਫੀਡੈਂਸ ਵੀ ਘਟ ਜਾਂਦਾ ਤੇ ਇਹ ਵੀ ਫੀਲਿੰਗ ਆਂਦੀ ਕਿ ਮੈਂ ਇੱਕ ਇਸ ਤਰ੍ਹਾਂ ਦੀ ਸਟੇਜ ਤੇ ਪਹੁੰਚ ਗਈ ਹਾਂ I am 41 42 years old ਹੁਣ ਕਿਹੜੀ ਲੋੜ ਹੈਗੀ ਹੈ life is ending I'm already in the middle age but the fact is that no matter what life is going on and each day is as important as when you were 16 or 10 years old or 60 years old yes Dr. Ramandeep Kaur I have a very important question in my mind mere jo dimag ch aa raha hai because being a therapist being a life coach you transform the lives of people by giving your advice giving the healing and all that or normally ek gal sunan chandi kehte ne ki energies travel kardiyan ne if you feel your negative energy negative vibes around you so it travels across it's it spreads across ਹੁਣ ਤੁਹਾਡੇ ਕੋਲ ਜਿਹੜੇ ਲੋਕ ਆਉਂਦੇ ਨੇ ਹੀਲਿੰਗ ਲੈਣ ਵਾਸਤੇ ਕੋਚਿੰਗ ਲੈਣ ਵਾਸਤੇ ਐਡਵਾਈਸ ਲੈਣ ਵਾਸਤੇ most of the people are suffering from negative energies negative emotions and they just express their heart out because you ask their questions you want to understand ਕਿ ਉਹਨਾਂ ਦੇ ਐਗਜ਼ੈਕਟਲੀ ਦਿਮਾਗ 'ਚ ਚੱਲ ਕੀ ਰਿਹਾ ਹੈ ਤਾਂ ਹੀ ਤੁਸੀਂ ਉਹਨਾਂ ਨੂੰ ਹੀਲ ਕਰੋਗੇ ਬਟ ਉਹਨਾਂ ਦੀ ਜਿਹੜੇ ਨੈਗੇਟਿਵ ਇਮੋਸ਼ਨਸ ਨੇ ਕਦੀ ਇਹ ਨਹੀਂ ਹੁੰਦਾ ਕਿ ਉਹ ਜਦੋਂ ਨੈਗੇਟਿਵ ਪੀਪਲ ਆਰ ਕਮਿੰਗ ਅਪ ਟੂ ਯੂ ਹਰ ਆਦਮੀ ਆ ਰਿਹਾ ਹਰ ਆਦਮੀ ਆਪਣੀ ਤਕਲੀਫ ਦੱਸ ਰਿਹਾ ਹਰ ਆਦਮੀ ਆਪਣਾ ਰੋਣਾ ਦੱਸ ਰਿਹਾ ਤੇ ਉਹ ਤੁਹਾਡੇ ਤੇ ਇਫੈਕਟ ਕਰਦੇ ਹੋਣ ਔਰ ਅਗਰ ਇਫੈਕਟ ਕਰਦੇ ਨੇ ਤਾਂ ਤੁਸੀਂ ਆਪਣਾ ਇਮੋਸ਼ਨਲ ਜਿਹੜਾ ਵੈਲਨੈਸ ਉਹ ਬੈਲੈਂਸ ਆਊਟ ਕਿਵੇਂ ਕਰਦੇ ਹੋ ਹੀਅਰਿੰਗ ਆਊਟ ਸੋ ਮੈਨੀ ਨੈਗੇਟਿਵ ਇਮੋਸ਼ਨਸ ਆਲ ਦਾ ਟਾਈਮ ਤੇ ਉਹ ਇਹ ਹੈਗਾ ਕਿ ਜਦੋਂ ਤੁਸੀਂ ਆਥੈਂਟਿਸਿਟੀ ਤੇ ਇੰਟੈਗ੍ਰਿਟੀ ਤੋਂ ਆਪਰੇਟ ਕਰਦੇ ਹੋ ਤੇ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਅਟੈਚ ਨਹੀਂ ਹੁੰਦੇ ਹੋ ਤੁਸੀਂ ਯੂ ਆਰ ਇਨ ਅ ਸਪੇਸ ਕਿ ਇਹ ਮੇਰਾ ਕੰਮ ਹੈਗਾ ਤੇ ਮੈਂ ਆਪਣੇ ਕੰਮ ਨੂੰ ਪੂਰੀ ਓਨੈਸਟੀ ਦੇ ਨਾਲ ਕਰਨਾ ਹੈਗਾ
ਮੇਰੇ ਨਾਲ ਸ਼ੁਰੂ ਦੇ ਵਿੱਚ ਜਦ ਮੈਂ ਕੋਚਿੰਗ ਸਟਾਰਟ ਕੀਤੀ ਸੀ, ਹੀਲਿੰਗ ਸਟਾਰਟ ਕੀਤੀ ਸੀ, ਮੇਰੇ ਨਾਲ ਕੇਸਿਸ ਹੋਏ ਨੇ ਫਿਰ ਜਦੋਂ ਮੈਂ ਬਿਮਾਰ ਪੈ ਜਾਂਦੀ ਸੀ, ਮੈਂ ਲੋਕਾਂ ਦੀ ਇੰਨੀ ਪ੍ਰੋਬਲਮ ਸੁਣ ਕੇ, ਹਾਂ ਲੋਕਾਂ ਦੀ ਇੰਨੀ ਪ੍ਰੋਬਲਮ ਸੁਣ ਕੇ ਹਿਊਮਨਸ ਜਿਹੜੇ ਹੈਗੇ, ਅਸੀਂ ਹਿਊਮਨਸ ਹੈਗੇ ਆ, ਵੀ ਆਰ ਲਾਈਕ ਸਪੰਜਸ, ਵੀ ਅਬਜ਼ੌਰਬ એનર્ਜੀ। ਐਬਸੋਲੂਟਲੀ, ਦੈਟ ਇਜ਼ ਮੇਰਾ ਪੁੱਛਣ ਦਾ ਮਤਲਬ ਉਹੀ ਸੀਗਾ। ਹਾਂਜੀ, ਤੇ ਹੁਣ 14 ਸਾਲ ਹੋ ਗਏ, 14 years, 13.5, 14 years, when I have also learned to protect myself. You know, it's about walking the talk. It's about being authentic. ਤੁਸੀਂ ਕੁਝ ਕਿਸੇ ਨੂੰ ਗਿਆਨ ਦੇ ਰਹੇ ਹੋ, ਤੁਸੀਂ ਇੱਕ ਪ੍ਰੋਸੈਸ ਸਿੱਖ ਲਿੱਤਾ, ਉਸ ਨੂੰ ਤੁਸੀਂ ਆਪਰੇਟ ਕਰ ਰਹੇ ਹੋ, ਉਸ ਨੂੰ ਤੁਸੀਂ ਯੂਜ਼ ਕਰ ਰਹੇ ਹੋ ਦੂਜੇ ਦੇ ਅੱਗੇ, ਬਟ ਅਗਰ ਤੁਸੀਂ ਆਪਣੇ ਲਾਈਫ ਦੇ ਵਿੱਚ ਆਪਣੇ ਲਈ ਉਹ ਨਹੀਂ ਕਰ ਰਹੇ ਹੋ ਤੇ ਉਹ ਕਦੀ ਵੀ authenticity ਨਹੀਂ ਹੈਗੀ ਹੈ, ਤੇ ਉਹ ਤਦੋਂ ਜ਼ਰੂਰ ਅਫੈਕਟ ਕਰੇਗਾ। ਜਦੋਂ ਮੈਂ ਕਹਿੰਦੀ ਹਾਂ ਕਿ ਮੈਂ think positively or work on yourself, if मैं नहीं सोच रही, if I'm not working on myself, it's a process. So how my day starts is I wake up at 6 in the morning, and it's been 4 years, 4 ਸਾਲ ਹੋ ਗਏ ਨੇ ਜੀ ਮੈਂ ਆਪਣੇ ਵਾਸਤੇ ਆਪਣੇ ਘਰ ਦੇ ਵਿੱਚ ਗੀਜ਼ਰ ਨਹੀਂ ਔਨ ਕੀਤਾ। I take a cold shower whether it is 40 degrees or it is 14 degrees. Today also I took a cold shower and I came here. So ਉਸ ਦੇ ਬਾਅਦ ਜੀ ਮੈਂ ਪਾਠ ਕਰਦੀ ਹਾਂ, ਤੇ ਉਸ ਦੇ ਬਾਅਦ ਮੈਂ ਵਾਕ ਵਾਸਤੇ ਜਾਂਦੀ ਆ, ਵਾਕ ਕਰਕੇ ਆਂਦੀ ਆ। ਤੁਹਾਡੀ ਗੱਲ ਤਾਂ ਮੈਨੂੰ ਤਾਂ ਕੋਲਡ ਸ਼ਾਵਰ ਦਾ ਨਾਮ ਸੁਣ ਕੇ ਠੰਡ ਲੱਗੀ। ਤੇ ਨਹੀਂ ਜੀ, 4.5 ਸਾਲ ਹੋ ਗਏ ਨੇ ਇਨਫੈਕਟ। ਵੈਸੇ on a lighter note, on a serious note, we have heard this saying with lot many doctors and people ki cold shower is better than a hot shower actually. Absolutely, for body actually, but ਸੱਚੀ ਗੱਲ ਹੈ ਕਿ ਹਿੰਮਤ ਹੀ ਨਹੀਂ। ਹਾਂਜੀ, ਉਹ ਹੀ ਕਹਿ ਰਹੀ ਆ ਨਾ, ਜਿਸ ਤਰ੍ਹਾਂ ਉਹ 10 seconds ਦਾ ਉਹ ਟਾਈਮ ਸਪੈਨ ਹੁੰਦਾ ਹੈ when people commit suicide, ਇਹੀ 10 seconds ਦੀ ਕਰੇਜ ਚਾਹੀਦੀ ਹੁੰਦੀ ਹੈ। ਤੁਸੀਂ ਮੈਂ ਪਾਠ ਲਗਾਉਂਦੀ ਆ, ਮੈਂ ਟੀਵੀ ਤੇ ਪਾਠ ਲਗਾਉਂਦੀ ਆ, ਤੇ ਮੇਰੇ ਪੂਰੇ ਘਰ ਦੇ ਵਿੱਚ ਉਹ ਆਵਾਜ਼ ਜਾ ਰਹੀ ਹੁੰਦੀ ਹੈ, ਤੇ ਵਾਈਬ੍ਰੇਸ਼ਨ ਹੁੰਦੀ ਹੈ। ਇਟਸ ਅ ਵੈਰੀ ਪਾਵਰਫੁਲ ਟਾਈਮ, and I just enter the shower telling myself I'm so proud of myself that I'm doing this. Wonderful thank thought. you God, wonderful thought, ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਇਹ ਮੈਂ ਜੋ ਕਰਨਾ ਚਾਹੁੰਦੀ ਸੀ ਮੈਂ ਕਰ ਰਹੀ ਹਾਂ। it adds cold shower ਜਿਹੜਾ ਹੈਗਾ ਬਹੁਤ mental strength ਆਂਦੀ ਹੈ, cortisol levels ਜਿਹੜੇ stress hormone ਹੁੰਦਾ ਹੈ ਉਹ ਬਹੁਤ ਘੱਟ ਹੋ ਜਾਂਦਾ ਹੈ, skin is very good, and I'm a co-virgin, I never had COVID, and ਜ਼ੁਕਾਮ ਖਾਂਸੀ ਛੋਟੇ ਛੋਟੇ ਚੀਜ਼ਾਂ ਹੈ, ਤੇ ਆਈ ਡੋਂਟ ਨੋ ਵਾਹਿਗੁਰੂ ਜੀ ਦੀ ਬੜੀ ਮਿਹਰ ਹੈਗੀ ਹੈ, ਤੇ ਕਹਿੰਦੇ ਨੇ ਸਾਲ ਵਿੱਚ ਇੱਕ ਵਾਰ ਹੋਣਾ ਚਾਹੀਦਾ ਹੈ, ਤੇ ਮੈਂ ਉਹ ਕਹਿੰਦੀ ਹਾਂ ਕਿ ਚਲੋ ਅੱਜ ਮੈਂ ਕੁਝ ਇਸ ਤਰ੍ਹਾਂ ਦਾ ਇਮਿਊਨਿਟੀ ਨੂੰ ਸੈੱਟ ਕਰਨ ਵਾਸਤੇ ਆਪਣੀ, ਹਾਂਜੀ, ਤੇ ਮੈਂ ਕਹਿੰਦੀ ਹਾਂ ਚਲੋ ਸਾਲ ਹੋ ਗਿਆ, ਹੁਣ ਕੁਝ ਇਸ ਤਰ੍ਹਾਂ ਦਾ ਪੰਗੇ ਲਵਾਂ ਆਪਣੇ ਨਾਲ ਕਿ ਕੁਝ ਤਾਂ ਫੀਵਰ ਹੋਏ, ਕੁਝ ਤਾਂ ਹੋਏ, ਤੇ ਹਾਂਜੀ ਹਾਂਜੀ, ਤੇ ਉਹ it really helps. It's a metaphor, like if you can go in the cold shower in 10 degrees, that means that you can do anything. Absolutely. ਇਸ ਵਾਰ ਮੈਂ ਵੀ ਹੁਣ ਵਾਹਿਗੁਰੂ ਜੀ ਦਾ ਨਾਮ ਲੈ ਕੇ ਇੱਕ ਵਾਰ ਮੈਂ ਵੀ ਕੋਸ਼ਿਸ਼ ਕਰਾਂਗਾ। ਹਾਂਜੀ ਜ਼ਰੂਰ ਕਰੋ ਜੀ। I'll be able to do it or not. ਮੇਰੀ ਇੱਕ ਦਿਨ ਇਸ ਤਰ੍ਹਾਂ ਸ਼ੁਰੂਆਤ ਹੋਈ ਸੀ। I'll definitely try and do that. ਹਾਂਜੀ ਹਾਂਜੀ। ਮੈਂ ਇੱਕ ਚੀਜ਼ ਹੋਰ ਇਹਦੇ ਜੀ ਪੁੱਛਣਾ ਚਾਹਾਂਗਾ ਕਿ a lot of people say that ਕਿ, and we have heard from people also saying ਕਿ ਜਿਹੜੀ visualization ਹੈ, meditation ਹੈ, that heals a lot of things actually. तो ਤੁਸੀਂ ਵੀ ਕੋਈ meditation therapy ਜਾਂ ਕੋਈ visualization therapy, you also use it while treating people also? ਹਾਂਜੀ, definitely ji, definitely we do that. Visualization is involved, meditation. And what exactly this visualization terminology means exactly? So visualization means that see ਸਾਡਾ ਜਿਹੜਾ brain ਹੈਗਾ, it is an organ, and ਇਹਨੂੰ ਨਹੀਂ difference ਪਤਾ ਹੈਗਾ ਕਿ ਕੀ real ਹੈ ਤੇ ਕੀ real ਹੈ। that is why ਅਸੀਂ ਜਦੋਂ Instagram ਤੇ ਜਾਂ Facebook ਤੇ scroll ਕਰ ਰਹੇ ਹੁੰਦੇ ਆ, ਸਾਨੂੰ ਬੜੀ ਖੁਸ਼ੀ ਮਿਲਦੀ ਹੈ। Oh, I got 10 likes. Oh, I got this hearts on my stories. Oh, wow. Why? Because dopamine release ਹੁੰਦਾ ਹੈ, ਤੇ dopamine release ਹੁੰਦਾ, ਸਾਨੂੰ ਇੱਕ sense of achievement ਹੁੰਦੀ ਹੈ, ਤੇ ਅਸੀਂ ਅਗਰ visualize ਕਰਕੇ consciously ਉਸ ਚੀਜ਼ ਦੀ ਇੱਕ ਪਿਕਚਰ ਮੂਵੀ ਬਣਾਈਏ ਤੇ ਉਸ ਚੀਜ਼ ਨੂੰ ਦੇਖੀਏ, ਸਾਡੇ ਬ੍ਰੇਨ ਨੂੰ ਨਹੀਂ ਪਤਾ ਕਿ ਇਹ ਸਿਰਫ ਵਿਜ਼ੂਅਲਾਈਜ਼ੇਸ਼ਨ ਹੈ ਕਿ ਅਸਲੀ ਵਿੱਚ ਹੋ ਰਿਹਾ ਹੈ। Our brain thinks that this is for real. Yes. And that then the brain starts working, you start attracting opportunities, ਤੁਹਾਡਾ body ਦਾ stamina, ਤੁਹਾਡੇ actions, ਤੁਹਾਡੇ decisions ਸਾਰੇ ਉਸ ਤਰ੍ਹਾਂ ਨਾਲ work ਕਰਨਾ ਸ਼ੁਰੂ ਹੋ ਜਾਂਦੇ ਨੇ, ਤੇ your brain then starts working for you to achieve that thing.
whatever you visualize. ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਡਾਕਟਰ ਮਨਦੀਪ ਕੌਰ ਕਿ ਰੀਅਲ ਔਰ ਰੀਅਲ ਲਾਈਫ ਦੇ ਐਕਚੁਅਲੀ ਕੀ ਹੈ ਕਿ ਤੁਹਾਡੀ ਗੱਲ ਤੋਂ ਮੈਨੂੰ ਆਈ ਕੈਨ ਐਂਡ ਆਈ ਟਰੂਲੀ ਅੰਡਰਸਟੈਂਡ ਦਿਸ ਥਿੰਗ ਕਿ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਦਾ ਜੋ ਇੰਪੈਕਟ ਹੈ, ਯੂ ਸੈਡ ਕਿ ਜਿਵੇਂ 10 ਲਾਈਕ ਆ ਗਏ ਤਾਂ ਪੀਪਲ ਸਟਾਰਟ ਫੀਲਿੰਗ ਹੈਪੀ, ਯਾਰ ਮੇਰੇ 10 ਲਾਈਕ ਆ ਗਏ ਮੇਰੇ। ਅੱਜ ਕੱਲ੍ਹ ਲੋਕਾਂ ਦਾ ਇੱਕ ਹੋਰ ਟ੍ਰੈਂਡ ਬੜਾ ਸ਼ੁਰੂ ਹੋ ਗਿਆ ਕਿ ਅੱਜ ਕੱਲ੍ਹ ਪਹਿਲੇ ਹੁੰਦਾ ਸੀ ਇਫ ਸਮਬਡੀ ਇਜ਼ ਇਨ ਅ ਰਿਲੇਸ਼ਨਸ਼ਿਪ ਵਿਦ ਸਮਵਨ ਐਕਚੁਅਲੀ, ਤਾਂ ਉਹਨਾਂ ਦਾ ਕੀ ਹੁੰਦਾ ਸੀ ਦੇਰ ਇਜ਼ ਅ ਬ੍ਰੇਕਅਪ ਔਰ ਸਮਥਿੰਗ ਲਾਈਕ ਦੈਟ ਔਰ ਇਨ ਡਿਫਰੈਂਸ ਆਫ ਓਪੀਨੀਅਨ, ਤਾਂ ਉਹ ਗੱਲ ਨਹੀਂ ਕਰ ਰਹੇ ਜਾਂ ਦੇ ਪੀਪਲ ਆਰ ਸ਼ਾਊਟਿੰਗ, ਉਹਨਾਂ ਦੇ ਵਿੱਚ ਕਮਿਊਨੀਕੇਸ਼ਨ ਹੋ ਰਿਹਾ, ਉਹਨਾਂ ਦਾ ਡਿਫਰੈਂਸ ਆਫ ਓਪੀਨੀਅਨ ਦੀ ਬਹਿਸ ਹੋ ਰਹੀ, ਲੜਾਈ ਹੋ ਰਹੀ ਹੈ। ਸੋ ਨਾਓ ਅੱਜ ਕੱਲ੍ਹ ਸੋਸ਼ਲ ਮੀਡੀਆ ਨੇ ਕੰਮ ਥੋੜਾ ਜਿਹਾ ਇੱਕ ਕੀ ਕਰਤਾ ਕਿ ਇੱਕ ਆਦਮੀ ਇਮੋਜੀਜ਼ ਬਣਾ ਦਿੰਦਾ ਤਾਂ ਅਦਰ ਪੀਪਲ ਸਟਾਰਟ ਫੀਲਿੰਗ ਹੈਪੀ ਅਬਾਊਟ ਇਫ ਯੂ ਗੈਟ ਗੁੱਡ ਇਮੋਜੀਜ਼। ਔਰ ਅਦਰ ਵੇ ਅਰਾਊਂਡ ਆਲਸੋ, ਅਗਰ ਤੁਸੀਂ ਮੰਨ ਲਓ ਕਿਸੇ ਰਿਲੇਸ਼ਨ ਚੋਂ ਐਗਜ਼ਿਟ ਕਰਨਾ ਤਾਂ ਤੁਸੀਂ ਸਿਰਫ ਉਹਨੂੰ WhatsApp ਤੋਂ ਬਲੌਕ ਕਰਨਾ ਹੈ, ਸੋ ਦੈਟ ਮੀਨਸ ਦ ਚੈਪਟਰ ਇਜ਼ ਕਲੋਜ਼ਡ, ਭਾਈ ਕਰਤਾ ਤੇਰਾ ਕੰਮ ਤੇਰਾ ਚੈਪਟਰ ਕਲੋਜ਼ ਹੋ ਗਿਆ। ਜਾਂ ਅਗਰ ਤੁਸੀਂ ਕਿਸੇ ਗਰੁੱਪ 'ਚ ਹੋ, ਗਰੁੱਪ ਆਫ ਫਰੈਂਡਸ 'ਚ ਹੋ, ਤੁਸੀਂ ਕੋਈ ਗੱਲ ਨਹੀਂ ਕਰਨੀ, ਤੁਸੀਂ ਥੈਂਕ ਯੂ ਬਾਏ ਕੁਝ ਨਹੀਂ ਕਰਨਾ, ਸਿੱਧਾ ਐਗਜ਼ਿਟ ਮਾਰਨਾ, ਖੇਲ ਖਤਮ, ਮੈਂ ਬਾਹਰ ਹੋ ਗਈ ਤੁਹਾਡੀ ਗੇਮ ਤੋਂ। that is how important ਅਸੀਂ ਸੋਸ਼ਲ ਮੀਡੀਆ ਨੂੰ ਬਣਾ ਦਿੱਤਾ ਹੈ। that's how ਮਤਲਬ I am actually ਇਹ ਗੱਲ ਮੈਂ ਇਸ ਪਿੱਛੇ ਕਹਿ ਰਹਾ now I am running a company, so if somebody wants to join a company or exit a company, so if that person is joined into the group, that means he's got into the company, and if someday मैं सवेरे उठा और देखा कोई बंदा ग्रुप चो गया, वो तो गया कंपनी तो गया, और तुसी होगी कोई इस्तीफा नहीं, ग्रुप एग्जिट किया, खेल खत्म, गया ਤੁਹਾਡੀ कंपनी चो। तो social media has revolutionized so many things actually, it takes lot of courage for us people also to digest कि यार ये actual ਚ ਹੋ ਰਿਹਾ ਹੈ, ਇਹ real life ਦੀ ਚੀਜ਼ਾਂ actual ਚ ਸਾਨੂੰ digest ਕਰਨੀਆਂ ਪੈ ਰਹੀਆਂ। So this is one example I've quoted and I've observed, I think ਸਾਰਿਆਂ ਨੇ observe ਕੀਤਾ ਹੈ, it is happening to so normal life. ਅੱਜ ਦੇ ਟਾਈਮ 'ਚ as you have been practicing this technique, the therapist and all that for the last 14 years, ਬਹੁਤ ਸੇ ਲੋਕ ਐਸੇ ਨੇ ਜਿਹੜੇ ਅੱਜ ਵੀ ਇਸ profession 'ਚ ਆ ਰਹੇ ਨੇ, people want to become life coach, mentor and all that. ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਕਿ ਜੋ ਅੱਜ ਦੇ the people who want to get into this field, what is the basic and what are the core ethics you want to advise them? Just be yourself, operate from a space of authenticity. ਤੁਸੀਂ ਇਸ profession ਨੂੰ ਇਸ ਕਰਕੇ ਨਹੀਂ join ਕਰਨਾ ਹੈ ਕਿ ਉਹ ਵੀ ਕਰ ਰਿਹਾ ਤੇ ਉਹ ਵੀ ਕਰ ਰਿਹਾ। Are you really willing? ਤੁਸੀਂ ਆਪਣਾ heart and soul ਇਸ ਦੇ ਵਿੱਚ ਪਾਉਣ ਵਾਸਤੇ ready ਹੈਗੇ ਹੋ, ਤਦ ਤੁਸੀਂ ਇਸ profession ਦੇ ਵਿੱਚ ਜਾਓ। ਲੋਕਾਂ ਨੂੰ ਲੱਗਦਾ ਹੈ ਕਿ ਇਹ ਤੇ ਗੱਲ ਕਰਦੀ ਹੈ ਤੇ ਪੈਸੇ ਚਾਰਜ ਕਰ ਲੈਂਦੀ ਹੈ, ਇਸ ਤਰ੍ਹਾਂ there is a lot of homework that goes and ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ what I have been through in my life, ਉਹ ਕੋਈ ਵੀ ਸਰਟੀਫਿਕੇਸ਼ਨ, ਕੋਈ ਵੀ ਸਟੱਡੀ, ਕੋਈ ਵੀ ਡਿਗਰੀ ਨਹੀਂ ਦੇ ਸਕਦੀ ਹੈ। that experience and those experiences, ਉਹ ਜਿਹੜੇ experiences ਜਿਹੜੇ ਹੈਗੇ ਸੀ ਉਹ ਹੈਪੀ ਐਕਸਪੀਰੀਐਂਸਿਸ ਨਹੀਂ ਹੈਗੇ ਸੀ, ਉਹ ਬੜੇ ਡਿਫਿਕਲਟ ਸੀ, ਬੜੀ ਡਿਫਿਕਲਟ ਡਿਫਿਕਲਟੀ ਤੋਂ ਗੁਜ਼ਰ ਕੇ ਇਸ ਸਟੇਜ ਤੇ ਆਏ ਆ ਕਿ ਇਸ ਚੀਜ਼ ਨੂੰ ਅਸੀਂ ਐਜ਼ ਅ ਪ੍ਰੋਫੈਸ਼ਨ ਲਿੱਤਾ ਹੈਗਾ। ਤੇ ਉਹ ਜਦੋਂ ਤੁਸੀਂ ਯੂਨੀਵਰਸ ਨੂੰ ਡਿਸਾਈਡ ਕਰਕੇ ਦੱਸਦੇ ਹੋ that I want to be a life coach, I want to be a healer, I want to be a therapist, I want to go into this profession, the universe will start testing you. ਤੇ ਅਗਰ ਤੁਸੀਂ ਉਸ ਟੈਸਟ ਦੇ ਵਾਸਤੇ ਰੈਡੀ ਹੈਗੇ ਹੋ ਤਦ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਜਾਓ, ਕਿਉਂਕਿ ਜੋ ਵੀ ਮੇਰੇ ਨਾਲ ਤੇ ਇਹੀ ਹੁੰਦਾ ਹੈ ਕਿ ਜੋ ਵੀ ਮੇਰੇ ਕੋਲ ਆਣਾ ਹੁੰਦਾ ਹੈ ਨਾ ਚੈਲੰਜ ਵਾਲਾ ਕੋਈ ਕਲਾਇੰਟ ਆਣਾ ਹੁੰਦਾ ਹੈ, ਉਹ ਲਾਈਫ ਮੈਨੂੰ ਪਹਿਲੇ ਦਿਖਾ ਦਿੰਦੀ ਹੈ, ਪਹਿਲੇ ਤੂੰ ਇਹਨੂੰ ਡੀਲ ਕਰਕੇ ਦਿਖਾ, ਜਾਂ ਮਤਲਬ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਰਹੇ ਹੋ ਤਾਂ ਲਾਈਫ ਪਹਿਲੇ ਆਪਣੇ ਆਪ ਤੁਹਾਡੀ ਤਰਫੋਂ ਚੈਲੰਜ ਸੁੱਟ ਦਿੰਦੀ ਕਿ you have to prepare yourself। ਬਿਲਕੁਲ ਜੀ, ਹਮੇਸ਼ਾ ਇਸ ਤਰ੍ਹਾਂ ਹੁੰਦਾ ਤੇ ਮੇਰੀ ਅਰਦਾਸ ਵੀ ਇਹੀ ਹੈਗੀ ਹੈ ਹੁੰਦੀ ਹੈ ਹੁਣ ਕਿ ਵਾਹਿਗੁਰੂ ਜੀ ਮੇਰੇ ਕੋਲ ਇਸ ਤਰ੍ਹਾਂ ਦੇ ਲੋਕੀ ਆਣ ਜਿਨ੍ਹਾਂ ਨੂੰ ਮੈਂ authentically ਮੈਂ ਜਿਨ੍ਹਾਂ ਦੇ ਵਾਸਤੇ ਇੱਕ ਮੀਡੀਅਮ ਬਣ ਪਾਵਾਂ। ਤੇ authenticity and integrity is very very important for this profession। ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਐਜ਼ ਅ ਮੈਂਟਲ ਥੈਰੇਪਿਸਟ ਤੁਹਾਡੇ ਮਤਲਬ what are your long term goals actually as a mental therapist? ਤੁਸੀਂ ਕੀ ਫੀਲ ਕਰਦੇ ਹੋ ਕਿ these are for the next years I want to, ਕਈ ਵਾਰੀ ਹੁੰਦਾ ਕਿ ਆਦਮੀ ਨੂੰ ਲੱਗਦਾ ਕਿ I want to learn more therapies, more things actually as a mental, so what are your long term goals as a mental therapist? Like they say that you should never share your goals ਕਿ ਇੱਕ ਬ੍ਰੇਨ ਦੇ ਵਿੱਚ ਇਹ ਵਾਕਈ ਨਹੀਂ ਕਰਨਾ ਚਾਹੀਦਾ। ਮਤਲਬ I have heard saying lot of people ਕਿ ਤੁਸੀਂ ਆਪਣਾ ਕੋਈ ਪਲਾਨ ਕਿਸੇ ਨੂੰ ਨਾ ਦੱਸੋ, ਤੁਸੀਂ ਅਗਰ ਕੋਈ ਕੰਮ ਕਰਨ ਜਾ ਰਹੇ ਹੋ ਤਾਂ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਕਿ ਤੁਸੀਂ ਨਵਾਂ ਕੰਮ ਕਰ ਰਹੇ ਹੋ,
ਤੁਸੀਂ ਬਿਜ਼ਨਸ ਇਜ਼ ਇਟ ਰੀਅਲੀ Yeah, ਕਿ it ਅਗਰ is, ਤੁਸੀਂ but, ਦੱਸਦੇ ਹੋ ਤਾਂ ਇਟ ਕ੍ਰੀਏਟ ਸਮ ਕਾਈਂਡ ਆਫ ਹਿੰਡਰੈਂਸ ਐਕਚੁਅਲੀ no hindrance and all I don't know. I wouldn't say ਕਿ ਮੈਂ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਜਾਂ ਉਹ ਨਜ਼ਰਾਂ ਲੱਗ ਜਾਣਗੀਆਂ ਜਾਂ ਜਾਂਦੀਆਂ। ਨਾ, ਮੈਂ ਉਹ ਚੀਜ਼ ਨਹੀਂ ਕਹਿ ਰਹੀ। ਮੈਂ ਸਾਇੰਟੀਫਿਕਲੀ ਜਿਹੜੀ ਚੀਜ਼ ਇੱਕ ਬੈਕਡ ਹੈਗੀ ਹੈ ਉਹ ਮੈਂ ਬਿਲੀਵ ਕਰਦੀ ਹਾਂ, ਬਿਕਾਜ਼ ਇਟ ਇਜ਼ ਸਮਥਿੰਗ ਫॉर ਰੀਅਲ, ਕਿ ਤੁਸੀਂ ਜਦੋਂ ਆਪਣੇ ਗੋਲਸ ਕਿਸੇ ਨੂੰ ਦੱਸਦੇ ਹੋ ਤੇ ਤੁਹਾਡੇ ਬ੍ਰੇਨ ਦੇ ਵਿੱਚ ਉਹੀ ਕੈਮੀਕਲ ਰਿਐਕਸ਼ਨ ਹੁੰਦਾ ਹੈ and you feel, oh my god, I have achieved this, dopamine release hota hai, serotonin release hota hai, oxytocin release hota hai, te then you feel that oh main te apni vadiya ਗੱਲਾਂ ਕਰ ਦਿੱਤੀਆਂ, ਹੁਣ ਉਹਦੇ ਤੇ work ਕਰਨਾ ਫਿਰ ਮੁਸ਼ਕਿਲ ਹੋ ਜਾਂਦਾ ਹੈ। why? Because you have already talked so much about your goals, so nazar lag jana fear based nahi hai। yes, that is that's a different concept, I but think ਤੁਸੀਂ ਜੋ elaborate ਕੀਤਾ ਨਾ, I think that is a scientific approach actually, that is a realistic approach ਕਿ ਤੁਸੀਂ ਅਗਰ actually ਕੀ ਹੁੰਦਾ ਕਿ ਇਸ sense of happiness ਤੁਹਾਡੇ well inside ਤੁਹਾਡੇ feel ਹੋਣ ਲੱਗ ਪੈਂਦਾ ਹੈ। like if you say ਕਿ I want to buy a Rolls Royce, ਤਾਂ ਤੁਸੀਂ ਵਿਜ਼ੂਅਲਾਈਜ਼ ਕਰਨਾ ਕਿ ਅੱਜ ਤੋਂ 3 ਸਾਲ ਬਾਅਦ ਮੇਰੇ ਕੋਲ Rolls Royce ਹੋਏਗੀ, ਤੇ ਉਸ ਤੋਂ ਪਹੁੰਚਣ ਤੋਂ ਪਹਿਲੇ ਤੁਹਾਡੀ ਹੈਪੀਨੈਸ ਔਰ ਉਹ ਸੈਟੀਸਫੈਕਸ਼ਨ ਫੀਲਿੰਗ you know ਤੁਸੀਂ ਇੰਟਰਨਲੀ ਫੀਲ ਕਰ ਚੁੱਕੇ ਹੋ ਕਿ ਯੂ ਬੀਨ ਡਰਾਈਵਿੰਗ, very true, very you've been feeling it, you are driving Rolls Royce and all that, ਤਾਂ ਉਸ ਪਿੱਛੇ ਤੁਹਾਨੂੰ ਜੋ ਜ਼ੀਲ, ਜੋ ਮੋਟੀਵੇਸ਼ਨ, ਜੋ ਪੈਸ਼ਨ ਚਾਹੀਦਾ ਨਾ, ਉਹ ਡਰਾਈਵ ਜਿਹੜੀ ਹੈ ਨਾ, ਉਹ that gets deteriorated because you have already shared and visualized yourself into getting into very that. true, so I think that's bang on, that is a real ਮੈਂ ਵੀ ਸਿੱਖ ਰਿਹਾ ਜੀ, ਸੈਸ਼ਨ 'ਚ ਕੁਝ ਸਿੱਖ ਰਿਹਾ। ਨਹੀਂ ਜੀ, ਤੁਸੀਂ already ਤੁਸੀਂ ਬਹੁਤ ਹੋਏ ਹੈਗੇ, you're doing so well for yourself and you're doing so well for the world also, but at the macro level ਮੈਂ ਚਾਹੁੰਦੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ healing, coaching, therapy, ਜਿਹੜੇ alternative medicine ਹੈਗੀ, ਇਸ ਦੇ ਬਾਰੇ ਪਤਾ ਚਲੇ, ਤੇ people should stop being dependent on medicines, on chemicals, on ਇਹ ਜਿਹੜੀ dependency ਹੈਗੀ ਉਹ ਖਤਮ ਹੋਏ, ਤੇ ਲੋਕਾਂ ਨੂੰ ਇਹ ਸਮਝ ਆਏ ਕਿ they can handle their lives on their own. They don't need to be a blind follower. You have faith in something, well and good. Please do that. But don't be so blind in following, something or someone that oh ਤੁਹਾਡੇ ਵਾਸਤੇ ਇੱਕ ਜ਼ਹਿਰ ਬਣ ਜਾਏ, rather than ਅੰਮ੍ਰਿਤ ਬਣਨ ਦੀ ਜਗ੍ਹਾ ਉਹ ਜ਼ਹਿਰ ਬਣ ਜਾਏ। ਇਹ ਨਾ ਕਰੋ। You can take charge of your life. ਤੁਸੀਂ ਆਪਣੀ ਲਾਈਫ ਦੀ ਗੱਡੀ ਜਿਹੜੀ ਹੈਗੀ ਹੈ ਉਹ ਖੁਦ ਡਰਾਈਵ ਕਰ ਸਕਦੇ ਹੋ। You can take your own decisions. You can do well in life. ਤੇ ਇਹ ਜਿਹੜਾ ਮੈਸੇਜ ਹੈਗਾ, ਇਹ ਜਿਹੜਾ ਇੱਕ ਪ੍ਰੂਫ ਹੈਗਾ, ਤੇ ਇਹ ਜਿਹੜਾ ਰਿਜ਼ਲਟਸ ਹੈਗੇ, ਇਹ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਹੁੰਚਾਉਣਾ ਚਾਹੁੰਦੀ ਹਾਂ। ਬਹੁਤ ਵਧੀਆ। ਮੈਂ ਸਾਡੇ ਸ਼ੋਅ ਦਾ ਨਾਮ ਹੈਗਾ ਪੰਜਾਬੀਆਂ ਦੀ ਸ਼ਾਨ ਵੱਖਰੀ, ਤੇ ਮੇਰੇ ਦਿਮਾਗ 'ਚ ਆ ਰਿਹਾ ਕਿ ਪੰਜਾਬੀਆਂ ਦੀ ਗੱਲ ਨਾ ਕਰੀਏ, ਪੰਜਾਬੀਅਤ ਦੀ ਗੱਲ ਨਾ ਕਰੀਏ ਤਾਂ ਇਹ ਹੋ ਨਹੀਂ ਸਕਦਾ। So I want to ask precisely few questions related to the Punjabi culture and all that. ਅੱਜ ਦਾ ਜੋ ਟਾਈਮ ਚੱਲ ਰਿਹਾ ਹੈ, the upbringing of the youth is happening, we are getting towards modernization, English culture and all that. ਤੁਸੀਂ ਕੀ ਮੰਨਦੇ ਹੋ ਕਿ ਅੱਜ ਦੇ ਟਾਈਮ 'ਚ ਜੋ ਪੇਰੈਂਟਸ ਹੈ, ਯੂਥ ਹੈ, ਜਾਂ ਆਪਣੇ ਬੱਚਿਆਂ ਨੂੰ ਕਿੰਨਾ ਜ਼ਰੂਰੀ ਹੈ ਆਪਣੇ ਕਲਚਰ ਦੀ ਜਾਣਕਾਰੀ ਦੇਣਾ, ਆਪਣੀ ਲੈਂਗੁਏਜ ਦੀ ਜਾਣਕਾਰੀ ਦੇਣਾ, ਐਂਡ ਆਪਣੇ ਰਿਚੁਅਲਸ ਐਂਡ ਐਵਰੀਥਿੰਗ? ਹਾਊ ਡੂ ਯੂ ਫੀਲ ਕਿ ਕਿਉਂਕਿ ਆਪਣਾ ਪੰਜਾਬੀ ਕਲਚਰ ਤਾਂ ਹੀ ਵਧੇਗਾ ਜੇ ਸਾਡੇ ਰੂਟਸ 'ਚ ਉਹ ਰਹਿਣਗੇ ਔਰ ਆਉਣ ਵਾਲੇ ਤੱਕ ਇਨਹੈਰਿਟ ਹੋਣਗੇ ਔਰ ਅੱਗੇ ਵਧੇਗਾ। ਸੋ ਵਾਟ ਐਗਜ਼ੈਕਟਲੀ ਯੂ ਫੀਲ ਅਬਾਊਟ ਦਿਸ? ਦੇਖੋ ਜੀ, ਮੈਂ in the first place I feel that any language, ਕੋਈ ਵੀ ਲੈਂਗੁਏਜ ਹੋਏ, ਇੰਗਲਿਸ਼ ਹੋਏ, ਹਿੰਦੀ ਹੋਏ, ਪੰਜਾਬੀ ਹੋਏ, ਇਹ ਸਾਰੀਆਂ ਮੋਡਸ ਆਫ ਕਮਿਊਨੀਕੇਸ਼ਨ ਹੈਗੀਆਂ ਨੇ, ਤੇ ਕੋਈ ਵੀ ਲੈਂਗੁਏਜ ਘੱਟ ਤੇ ਕੋਈ ਵੀ ਲੈਂਗੁਏਜ ਵੱਧ, ਕੋਈ ਵੀ ਲੈਂਗੁਏਜ ਥੱਲੇ ਤੇ ਕੋਈ ਵੀ ਲੈਂਗੁਏਜ ਉੱਤੇ ਨਹੀਂ ਹੈਗੀ ਹੈ। yet at the same time ਅਸੀਂ ਇੱਕ ਰੀਜ਼ਨ ਹੈਗਾ ਕਿ ਇੱਕ ਪਰਟੀਕੁਲਰ ਲੈਂਡ ਦੇ ਵਿੱਚ, ਇੱਕ ਪਰਟੀਕੁਲਰ ਫੈਮਿਲੀ ਦੇ ਵਿੱਚ, ਇੱਕ ਪਰਟੀਕੁਲਰ ਰਿਲੀਜਨ ਦੇ ਵਿੱਚ, ਇੱਕ ਪਰਟੀਕੁਲਰ ਕਲਚਰ ਦੇ ਵਿੱਚ ਅਸੀਂ ਬੋਰਨ ਹੋਏ ਹਾਂ। there is a reason, there is a divine reason, absolutely, ਹੈ ਨਾ? ਕੋਈ that supreme power decided something for us, and ਅਸੀਂ as souls ਉਹਨੂੰ choose ਕੀਤਾ ਹੈ। that is why ਇਹ ਸਾਰੀਆਂ ਸਾਡੇ ਆਸ-ਪਾਸ ਜਿਹੜੀਆਂ ਡਿਟੇਲਸ ਹੈਗੀਆਂ ਉਹ ਹੈਗੀਆਂ, ਤੇ ਉਹਨੂੰ ਐਮਬ੍ਰੇਸ ਕਿਉਂ ਨਾ ਕਰੀਏ? ਕਰਨਾ ਚਾਹੀਦਾ, ਬਿਲਕੁਲ, ਕਿੰਨਾ ਜ਼ਰੂਰੀ ਹੈਗਾ ਨਾ। ਉਹ ਅਸੀਂ ਜਿਸ ਪਰਪਸ ਤੋਂ ਆਏ ਆ ਉਹਨੂੰ ਹੀ ਅਸੀਂ ਐਮਬ੍ਰੇਸ ਨਾ ਕਰੀਏ, ਤੇ ਮੈਨੂੰ ਵੀ ਇਹ ਸਮਝ ਹੁਣ ਆਈ ਹੈ। ਮੈਂ GHPS ਦੀ ਪੜ੍ਹੀ ਹੋਈ ਹਾਂ, ਮੈਂ ਪੰਜਾਬੀ ਪੜ੍ਹੀ ਲਿਖੀ ਸਭ ਹੈਗੀ ਹੈ, ਬਟ
eloquency, the spoken language, Yeah. ਉਹ ਇੰਨੀ fluent ਨਹੀਂ ਹੈਗੀ ਸੀ। ਮੈਂ ਫਿਰ ਜਦੋਂ realize ਕੀਤਾ, I think ਇਹ ਵੀ ਨਾ maturity time ਦੇ ਨਾਲ ਆਉਂਦੀ ਹੈ। very true। ਤੇ ਜਦੋਂ ਹੋਈ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਪੰਜਾਬੀ ਬੋਲਣ ਦੇ ਵਿੱਚ ਵੀ fluent ਹੋਵਾਂ। ਤੇ today I enjoy speaking Punjabi also। In fact, ਮੈਂ ਕਾਫੀ ਵਾਰ ਜਦੋਂ ਮੈਨੂੰ ਲੋੜ ਵੀ ਨਹੀਂ ਹੁੰਦੀ ਹੈ ਪੰਜਾਬੀ ਬੋਲਣ ਦੀ, ਮੈਂ ਪੰਜਾਬੀ ਬੋਲਣਾ ਪ੍ਰੈਫਰ ਕਰਦੀ ਹਾਂ। ਆਈ ਲਾਈਕ ਐਂਡ ਜਦੋਂ ਤੱਕ ਕਲਚਰ ਦੀ ਗੱਲ ਹੈਗੀ ਹੈ, ਇਹ ਬਹੁਤ ਜ਼ਰੂਰੀ ਹੈਗਾ, ਬਿਕਾਜ਼ ਇਹ ਵਿਰਾਸਤ ਹੈਗੀ ਹੈ, ਇਹ ਸਾਡੀ ਵਿਰਾਸਤ ਹੈਗੀ ਹੈ। ਦਿਸ ਇਜ਼ ਜਿਸ ਤਰ੍ਹਾਂ ਅਸੀਂ ਗੱਲ ਕਰਾਂ ਮੇਰੇ ਪ੍ਰੋਫੈਸ਼ਨ ਦੇ ਵਿੱਚ, ਅਸੀਂ ਗੱਲ ਕਰੀਏ ਫੈਮਿਲੀ ਕਰਮਾ, ਐਂਸੈਸਟਰਲ ਕਰਮਾ, ਹਿੰਦੂਇਜ਼ਮ ਦੇ ਵਿੱਚ ਵੀ ਹੈਗਾ ਕਿ ਪਿੰਡ ਦਾਨ ਕਰਦੇ ਨੇ, ਪਿਤਰ ਦਾਨ ਕਰਦੇ ਨੇ। ਤੇ ਉਹ ਕਿਉਂ ਕਰਦੇ ਨੇ? ਬਿਕਾਜ਼ ਇਹ ਫੈਮਿਲੀ ਕਰਮਾ ਹੁੰਦਾ ਹੈ। ਅਸੀਂ ਉਸ ਚੀਜ਼ ਨੂੰ ਅਗਰ ਅੱਗੇ ਨਾ ਵਧਾਈਏ ਤੇ ਫਿਰ ਵੀ ਆਰ ਨਾਟ ਆਨਰਿੰਗ ਆਰ ਐਂਸੈਸਟਰਸ। ਦੈਨ ਅਸੀਂ ਉਹਨਾਂ ਦੀ ਪਿਤਰਦਾਨ, ਪਿੰਡਦਾਨ ਸਭ ਤੋਂ ਵੱਡਾ ਆਈ ਥਿੰਕ ਇਹੀ ਹੁੰਦਾ ਹੈ ਕਿ ਤੁਸੀਂ ਆਪਣੇ ਕਲਚਰ ਨੂੰ ਜ਼ਿੰਦਾ ਰੱਖੋ, ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਓ ਕਿ ਉਹ ਵੀ there are certain morals and values attached to every culture। those morals and values are important, not ਮਤਲਬ ਅੱਜ ਤੋਂ 50 ਸਾਲ ਪਹਿਲੇ ਜਿਹੜੇ ਕੰਮ ਕਰਨ ਦੇ, ਲਾਈਫ ਜੀਣ ਦੇ ਤੌਰ ਤਰੀਕੇ ਸੀ, ਉਹ ਡੈਫੀਨਿਟਲੀ ਬਦਲਣਗੇ, ਬਟ ਜਿਹੜਾ ਕੋਰ ਹੈ ਉਹ ਤੇ ਸਟਰੋਂਗ ਰਹੇਗਾ, ਫਾਊਂਡੇਸ਼ਨ ਤੇ ਸਟਰੋਂਗ ਰਹੇ। ਯੈਸ, that is important ਕਿ ਜਿਹੜੀ core ethics ਹੈ ਜਾਂ roots ਹੈ, heart ਹੈ, that should be inherited into the youth so that generations to follow। ਮੈਂ ਇੱਕ ਚੀਜ਼ ਇਹਦੇ ਚ ਹੋਰ ਪੁੱਛਣਾ ਚਾਹਾਂਗਾ, being a ਪੰਜਾਬੀ ਤੁਹਾਨੂੰ ਪੰਜਾਬੀ ਕਲਚਰ ਦੇ ਵਿੱਚ being a ਪੰਜਾਬੀ, what do you feel ਕਿ ਇਹ ਸਭ ਤੋਂ ਖੂਬਸੂਰਤ ਚੀਜ਼ ਹੈ being a ਪੰਜਾਬੀ, ਯਾਨੀ ਉਹਨਾਂ ਦਾ ਪੰਜਾਬੀ ਕਲਚਰ, born in a ਪੰਜਾਬੀ family, born in a Sikh family, you feel ਕਿ ਇਹ ਸਭ ਤੋਂ ਖੂਬਸੂਰਤ ਚੀਜ਼ ਹੈ ਪੰਜਾਬੀ ਕਲਚਰ ਦੀ? ਕਿਰਤ ਕਰੋ, ਵੰਡ ਛਕੋ। ਕਿਆ ਬਾਤ ਹੈ। ਕਿਰਤ ਕਰੋ, ਵੰਡ ਛਕੋ। that ਇਹ ਸਾਡੇ ਨਾ ਜੀਨਸ ਵਿੱਚ ਹੈਗਾ, ਖੂਨ ਵਿੱਚ ਹੈਗਾ ਕਿ you got to give, you got to give, and with time ਜਿਸ ਤਰ੍ਹਾਂ ਅੱਜ ਤੋਂ 50 ਸਾਲ ਪਹਿਲੇ giving was the utmost thing to do। Absolutely। but ਮੈਂ ਉਹੀ ਕਹਿ ਰਹੀ ਸੀ ਕਿ having those core values, ਕਿਰਤ ਕਰੋ, ਵੰਡ ਛਕੋ। ਅੱਜ ਮੈਂ ਇਸ ਸਟੇਜ ਤੇ ਹੈਗੀ ਆ ਕਿ ਕਿਰਤ ਕਰਕੇ ਵੰਡ ਛਕਣਾ ਹੈ ਤੇ ਆਪ ਵੀ ਛਕਣਾ ਹੈ ਤੇ ਛਕਾਣਾ ਵੀ ਹੈ। I am today learning to receive as well। Absolutely। That is what the time has changed, that is how the time, ਪਹਿਲੇ ਸਿਰਫ giving ਹੁੰਦਾ ਸੀ, ਹੁਣ receiving ਵੀ important ਹੈਗੀ ਹੈ। ਤੇ ਕਿਰਤ ਵੀ ਕਰਨੀ ਹੈ, ਵੰਡਣਾ ਵੀ ਹੈਗਾ ਤੇ ਛਕਣਾ ਵੀ ਹੈਗਾ ਤੇ ਆਪ ਵੀ ਛਕਾਣਾ ਵੀ ਹੈ ਤੇ ਆਪ ਵੀ ਛਕਣਾ। ਕੀ ਬਾਤ ਹੈ। ਮੈਨੂੰ ਲੱਗਦਾ ਇਸ ਤੋਂ ਬਿਊਟੀਫੁਲ ਇਮੋਸ਼ਨ ਕੋਈ ਹੋ ਹੀ ਨਹੀਂ ਸਕਦਾ। ਔਰ ਸਾਰੀ ਪੰਜਾਬੀਅਤ ਨੂੰ, ਪੰਜਾਬੀ ਕਲਚਰ ਨੂੰ ਐਕਸਪਲੇਨ ਕਰਨ ਦਾ, ਮੈਨੂੰ ਲੱਗਦਾ ਦਿਸ ਇਜ਼ ਬਿਊਟੀਫੁਲ ਐਕਸਪ੍ਰੈਸਡ ਜੋ ਤੁਸੀਂ ਕੀਤਾ ਨਾ, ਮੈਨੂੰ ਲੱਗਦਾ ਇਸ ਤੋਂ ਵੱਡੀ ਚੀਜ਼ ਐਕਸਪ੍ਰੈਸ ਹੋ ਨਹੀਂ ਸਕਦੀ ਕਿ ਪੰਜਾਬੀ ਦਾ ਪੂਰਾ ਕਰਕਸ ਦੱਸਣ ਵਾਸਤੇ। ਵੰਡਰਫੁਲ ਥਾਟ। ਮੈਂ ਡਾਕਟਰ ਮਨਦੀਪ ਕੌਰ, ਬੀਇੰਗ ਅ ਲਾਈਫ ਕੋਚ, ਮੈਂ ਚਾਹਾਂਗਾ ਕਿ ਜਿਹੜੇ ਸਾਡੇ ਵਿਊਅਰਸ ਨੇ, what do you advise as a life coach, as a mentor, as a healer, as a therapist, what would be the one advice ਜਾਂ ਤੁਸੀਂ ਇੱਕ ਜੀਵਨ ਜਿਹਦਾ ਸਿੰਪਲ ਮੰਤਰਾ ਤੁਸੀਂ ਸਾਰਿਆਂ ਨੂੰ ਕੀ ਦੇਣਾ ਚਾਹੋਗੇ, that this is the simple mantra to be happy, to live peaceful life? Be in a state of being। Wow, as simple as surrender। as simple as that। surrender। ਕੀ ਬਾਤ ਹੈ। ਜਦੋਂ ਅਸੀਂ ਸਰੈਂਡਰ ਕਰਦੇ ਹਾਂ, ਸਾਨੂੰ ਇੱਕ ਜਾਂਚ ਆ ਜਾਂਦੀ ਹੈ, ਇੱਕ ਸਮਝ, ਇੱਕ ਮੈਚੋਰਿਟੀ, ਇੱਕ ਨੈਕ ਆ ਜਾਂਦਾ ਹੈ when to go with the flow and when to take your stand against the flow। ਇਹ ਲਾਈਫ ਜਿਹੜੀ ਹੈਗੀ ਨਾ, ਇਸ ਦਾ ਮਿਕਸਚਰ ਹੈਗਾ। at the right time you surrender, you go with the flow, and when it's required at the right time you stand against the flow। ਦੋਨੋਂ ਚੀਜ਼ਾਂ ਕਰਨ ਦੀ ਜਦੋਂ ਸਾਡੇ ਵਿੱਚ ਹਿੰਮਤ ਆ ਜਾਂਦੀ ਹੈ ਨਾ, ਲਾਈਫ ਬਹੁਤ ਚੰਗੀ ਚੱਲਦੀ ਹੈ। It's become more beautiful actually, even more beautiful actually। Even more beautiful। So Dr. Amandeep Kaur, I think we have done with all the questions, so let's have a rapid fire, because rapid fire ਦੇ ਬਿਨਾ ਇੰਟਰਵਿਊ ਸਾਡਾ ਪੋਡਕਾਸਟ ਪੂਰਾ ਨਹੀਂ ਹੋਣਾ। ਤਾਂ ਮੈਂ ਤੁਹਾਨੂੰ ਆਪਸ਼ਨ ਦੇਵਾਂਗਾ, I'll either give you two options, you can take one option, or either you can give a crisp answer of whatever you like। Done ji। So let's begin the rapid fire। Life coach or mental therapist? Both। Psychological movies or logical movies? Romantic movies। Yeah, that's better choice actually। Spirituality or science? I think science is a derivative of spirituality, of metaphysics। Relationship coach, love guru? Relationship coach। What motivates you every day? That I survived। Wonderful। What is the definition of success for you?
a sense of fulfillment, control over my time, control over my choices. Ultimate life goal for Dr. Ramandeep Kaur? To be. Love or attraction? Respect. Best advice you have ever received? Best advice. My father told me that never think that the other person ਜਿਹੜਾ ਤੁਹਾਡੇ ਸਾਹਮਣੇ ਹੈਗਾ ਉਹ ਘੱਟ ਪਾਵਰਫੁਲ ਹੈ ਜਾਂ ਉਹ ਕੁਝ ਉਹਨੂੰ ਸਮਝ ਨਹੀਂ ਹੈਗੀ ਜਾਂ ਉਹ ਕਿਸੇ ਵੀ ਤਰੀਕੇ ਨਾਲ ਘੱਟ ਹੈ. Be humble. Respect everyone. And ਕਿਸੇ ਨੂੰ ਵੀ ਘੱਟ ਨਾ ਸਮਝੋ ਤੇ ਕਿਸੇ ਨੂੰ ਵੀ underestimate ਨਾ ਕਰੋ. That's advice only a father can give to a daughter, actually. Favorite coaching technique? Soul coaching. Definition of true happiness? When you are doing the things that make you feel fulfilled, that make you ਜਦੋਂ ਤੁਸੀਂ ਕੁਝ ਇਸ ਤਰ੍ਹਾਂ ਦਾ ਕਰ ਰਹੇ ਹੁੰਦੇ ਹੋ ਕਿ ਤੁਹਾਡੇ ਬੋਡੀ ਦੇ ਵਿੱਚ ਨਰਵਸ ਸਿਸਟਮ ਦੇ ਵਿੱਚ ਇੱਕ ਗਲਿਮਰ, ਇੱਕ ਤੇ ਹੁੰਦਾ ਟ੍ਰਿਗਰ ਜਿਹੜਾ ਗੁੱਸਾ, ਐਂਗਰੀ, ਨੈਗੇਟਿਵ ਇਮੋਸ਼ਨ, ਤੇ ਇੱਕ ਹੁੰਦਾ ਗਲਿਮਰ ਜਿਹੜੀ ਇੱਕ the chill runs down your spine and you are ਇੱਕ ਇਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਕਿ ਉਹ ਕੁਝ ਵੀ ਤੁਸੀਂ 50 ਕਰੋੜ ਦਾ ਕੁਝ ਲੈ ਲਓ ਤਦ ਵੀ ਨਹੀਂ ਮਿਲਦੀ ਉਹ ਵਾਲੀ ਖੁਸ਼ੀ. Work, professional life or personal life? Which gives you more happiness? I think there is no professional or personal separation in my life. I think this is a profession ki मैं जिधर भी जाती हाँ मैं I think like a coach only and I talk like a coach only. There is no separation. It is one. Absolutely. There is no sense of separation. Approach towards overcoming the failures. That there are no failures in life. There are only lessons. Wow. That is one lesson I have learned actually. One habit you can't live without. Coffee. तो फिर तो कॉफी होनी चाहिए. कितने कॉफी? कॉफी ले आओ. कॉफी ले आओ. थोड़ी तनख्वाह कटनी नहीं था मैं. Favorite motivational quote for Dr. Ramandeep Kaur? You got you and you're good enough. So I think we have an enriching conversation and a podcast done with Dr. Ramandeep Kaur. I think it's a wonderful conversation, Dr. Ramandeep Kaur, and ਮੈਨੂੰ ਲੱਗਦਾ ਮੈਂ personally ਬਹੁਤ ਕੋਈ viewers था जो ਸਿੱਖਣਗੇ ਸਾਡੇ ਦੇਖਣ ਵਾਲੇ, but I think I've learned so many things with such an humble attitude and so morality. It was wonderful having you. Thank you. ਤਾਂ ਪੰਜਾਬੀਆਂ ਦੀ ਸ਼ਾਨ ਵੱਖਰੀ ਤੇ ਅਸੀਂ ਹਮੇਸ਼ਾ ਹੀ pray ਕਰਾਂਗੇ that you keep smiling, keep loving life, keep fulfilling your dreams, and as well as the dreams of lot many people who come up to you, who look up to you. So we wish for your good health, for long life, and ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਖੂਬਸੂਰਤੀ, ਮੁਸਕਰਾਹਟ ਔਰ ਹੈਪੀਨੈਸ ਲੋਕਾਂ ਦੀ ਜ਼ਿੰਦਗੀ 'ਚ ਕਰਦੇ ਰਹੋ. ਔਰ ਪੰਜਾਬੀਆਂ ਦੀ ਸ਼ਾਨ ਵੱਖਰੀ ਕਿਸ ਤਰ੍ਹਾਂ ਹੁੰਦੀ ਹੈ ਉਹ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਔਰ ਚੀਜ਼ਾਂ ਬਿਖੇਰਦੇ ਰਹੋ. So our best wishes for future, Dr. Ramandeep Kaur. It was wonderful having you. Thank you so much. Pleasure is all mine. It was wonderful having you. Thank you. ਅੱਜ ਦੇ ਪੋਡਕਾਸਟ ਦੇ ਵਿੱਚ ਪੰਜਾਬੀਆਂ ਦੀ ਸ਼ਾਨ ਵੱਖਰੀ ਦੇ ਵਿੱਚ we had a wonderful guest with us, life coach, therapist and healer, Dr. Ramandeep Kaur. ਤੇ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਜ਼ਿੰਦਗੀ ਤੁਸੀਂ ਜਿੰਨਾ ਕੰਪਲਿਕੇਟਡ ਬਣਾਉਣਾ ਚਾਹੋ ਉਨੀ ਕੰਪਲਿਕੇਟਡ ਹੈ ਔਰ ਜਿੰਨੀ ਸਿੰਪਲ ਰੱਖੋਗੇ ਉਨੀ ਖੂਬਸੂਰਤ ਹੈ. So just be simple, settle and be simple and straight from heart. ਜ਼ਿਆਦਾ ਕੰਪਲਿਕੇਟ ਕਰਨ ਦੀ ਲੋੜ ਨਹੀਂ. ਜਿਸ ਤਰ੍ਹਾਂ ਜ਼ਿੰਦਗੀ ਆਉਂਦੀ ਹੈ ਉਸ ਤਰ੍ਹਾਂ ਜ਼ਿੰਦਗੀ ਜੀਓ, ਉਨੀ ਖੂਬਸੂਰਤ ਤੁਹਾਡੀ ਜ਼ਿੰਦਗੀ ਹੈ. ਬਸ ਆਪਣੀ ਜ਼ਿੰਦਗੀ ਨੂੰ ਤੁਸੀਂ ਆਪ ਖੂਬਸੂਰਤ ਬਣਾਉਣਾ ਹੈ ਐਂਡ ਜਸਟ ਬੀ ਹੈਪੀ, ਲਿਵ ਹੈਪੀ. ਔਰ ਸਭ ਤੋਂ ਵੱਡੀ ਗੱਲ ਕਿ ਯੂਨੀਵਰਸ ਇਜ਼ ਦੀ ਬਲੈਸਿੰਗ ਤੁਹਾਡੇ ਨਾਲ ਹੈ. ਯੂਨੀਵਰਸ ਹੈਜ਼ ਸੈਂਟ ਯੂ ਇਨ ਦਿਸ ਵਰਲਡ ਫॉर ਅ ਸਪੈਸ਼ਲ ਰੀਜ਼ਨ ਟੂ ਲਿਵ ਲਾਈਫ. ਜ਼ਿੰਦਗੀ 'ਚ ਖੁਸ਼ੀਆਂ ਵੰਡੋ, ਆਪਣੇ ਪਰਿਵਾਰ ਦੀ ਖੁਸ਼ੀਆਂ ਵੰਡੋ ਔਰ ਆਪਣੇ ਡ੍ਰੀਮਸ ਨੂੰ ਪੂਰਾ ਕਰੋ. ਡੋਂਟ ਬੀ ਨੈਗੇਟਿਵ ਇਨ ਯੋਰ ਲਾਈਫ. ਜ਼ਿੰਦਗੀ 'ਚ ਕਦੀ ਕੋਈ ਚੀਜ਼ ਪੂਰੀ ਵੀ ਨਹੀਂ ਹੁੰਦੀ ਤਾਂ ਡੋਂਟ ਥਿੰਕ ਬੈਡ ਅਬਾਊਟ ਇਟ. ਕੋਈ ਜ਼ਿੰਦਗੀ ਮਿਲੀ ਹੈ, ਬਸ ਇਸ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਓ ਔਰ ਆਪਣੀ ਜ਼ਿੰਦਗੀ ਦੇ ਸਾਰੇ ਸੁਪਨੇ ਪੂਰੇ ਕਰੋ. ਪੰਜਾਬੀਆਂ ਦੀ ਸ਼ਾਨ ਵੱਖਰੀ ਦੇ ਵਿੱਚ ਡਾਕਟਰ ਰਮਨਦੀਪ ਕੌਰ ਦੀ ਅੱਜ ਵਰਡਸ ਆਪਣੇ ਨਾਲ ਲੈ ਕੇ ਜਾਓ ਐਂਡ ਜਸਟ ਮੇਕ ਯੋਰ ਲਾਈਫ ਹੈਪੀ. ਨੈਕਸਟ ਐਪੀਸੋਡ 'ਚ ਨੈਕਸਟ ਪੋਡਕਾਸਟ 'ਚ ਵੀਲ ਹੈਵ ਅਨਦਰ ਗੈਸਟ ਇਨ ਪੰਜਾਬੀਆਂ ਦੀ ਸ਼ਾਨ ਵੱਖਰੀ ਐਂਡ ਵੀਲ ਹੈਵ ਹਾਰਟ ਟੂ ਹਾਰਟ, 1-to-1 conversation in ਪੰਜਾਬੀਆਂ ਦੀ ਸ਼ਾਨ ਵੱਖਰੀ. Thank you for watching.